ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸਾਥ। ਸਾਂਝੀ ਸਾਥ ਦੇ ਵਿੱਚ ਅੱਜ ਸ਼ੁੱਕਰਵਾਰ ਹੈ ਤੇ ਅੱਜ ਆਪਾਂ ਜ਼ਿੰਦਗੀ ਦੇ ਕਿਸੇ ਹਿੱਸੇ ਦੀ ਜ਼ਿੰਦਗੀ ਦੇ ਕਿਸੇ ਪਹਿਲੂ ਨੂੰ ਲੈ ਕੇ ਗੱਲਬਾਤ ਕਰਾਂਗੇ ਤੇ ਇਸੇ ਗੱਲਬਾਤ ਦੇ ਤਹਿਤ ਅੱਜ ਆਪਾਂ ਇੱਕ ਅਹਿਮ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਾਂਗੇ ਜਿਹੜਾ ਕਿ ਇੱਕ ਕੈਲੀਫੋਰਨੀਆ ਦੇ ਵਿੱਚ ਜਿਹੜੇ ਛੋਟੇ ਕਾਰੋਬਾਰ ਕਰਦੇ ਨੇ, ਕਾਰੋਬਾਰ ਰਿਟੇਲ ਦੇ ਕਰਦੇ ਨੇ ਜਾਂ ਹੋਰ ਕਾਰੋਬਾਰਾਂ ਦੇ ਨਾਲ ਜੁੜੇ ਨੇ, ਉਹਨਾਂ ਦੇ ਲਈ ਇੱਕ ਅਲਾਰਮਿੰਗ ਸਿਚੁਏਸ਼ਨ ਬਣ ਚੁੱਕੀ ਹੈ। ਲੰਘੇ ਦਿਨੀ ਤੁਸੀਂ ਸਾਰਿਆਂ ਨੇ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਹੈ ਇੰਟਰਨੈਟ ਉੱਤੇ, ਜਿਸ ਵੀਡੀਓ ਦੇ ਵਿੱਚ ਇੱਕ ਸ਼ਾਹਮੂਲ ਦਾ ਬੰਦਾ ਇੱਕ ਸਟੋਰ ਦੇ ਉੱਤੇ ਜਿਹੜਾ ਚੋਰੀ ਕਰਨ ਜਾਂਦਾ ਤੇ ਉਹ ਧੱਕੇ ਨਾਲ ਚੋਰੀ ਕਰਦਾ, ਸ਼ਰੇਆਮ ਦਿਨ ਦਿਹਾੜੇ ਚੋਰੀ ਕਰਦਾ। ਬਾਅਦ ਦੇ ਵਿੱਚ ਜਿਵੇਂ ਪੰਜਾਬੀ ਲੋਕ ਘਰ ਆਏ ਦੇ ਨਾਲ ਸਜਦੇ ਆ, ਜਿਵੇਂ ਹਮਲਾ ਕਰਨ ਆਏ ਦੇ ਨਾਲ ਸਜਦੇ, ਉਵੇਂ ਉਸ ਵੀਡੀਓ ਦੇ ਵਿੱਚ ਸਜਿਆ ਗਿਆ, ਦੇਖਿਆ ਗਿਆ। ਇਹ ਤਾਂ ਰਹੀ ਇੱਕ ਪੱਖ ਦੀ ਗੱਲ, ਇੱਕ ਪਹਿਲੂ ਦੀ ਗੱਲ, ਪਰ ਇੱਕ ਇਸ ਤੋਂ ਵੀ ਖਤਰਨਾਕ ਪਹਿਲੂ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਐਸੇ ਕਾਨੂੰਨ ਆ ਜਾਣੇ ਆ ਜਿਹਦੇ ਨਾਲ ਤੁਸੀਂ ਚੋਰ ਨੂੰ ਚੋਰੀ ਕਰਨ ਤੋਂ ਰੋਕ ਵੀ ਨਹੀਂ ਸਕੋਗੇ। ਇਸ ਬਾਬਤ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਤੇ ਸਟੂਡੀਓ ਦੇ ਵਿੱਚ ਤੁਹਾਨੂੰ ਵੀ ਸਭ ਨੂੰ ਸੱਦਾ ਹੈ, ਕਿਉਂਕਿ ਪੰਜਾਬੀ ਇੱਥੇ ਟਰੱਕਿੰਗ ਦੇ, ਇੰਸ਼ੋਰੈਂਸ ਦੇ, ਰੀਅਲ ਸਟੇਟ ਦੇ ਤੇ ਇਹਦੇ ਨਾਲ ਸਟੋਰਾਂ ਦੇ ਕਾਰੋਬਾਰ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਜੁੜੇ ਹੋਏ ਨੇ। ਇਹ ਇਕੱਲਾ ਮਸਲਾ ਲੁੱਟ ਦਾ ਨਹੀਂ ਹੈ, ਇਹ ਮਸਲਾ ਸੁਰੱਖਿਆ ਦਾ ਵੀ ਹੈ। ਹਰਜੋਤ ਸਿੰਘ ਖਾਲਸਾ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਜਿਵੇਂ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਹਰਜੋਤ ਸਿੰਘ ਜੀ ਸਰਕੂਲੇਟ ਹੋ ਰਹੀ ਆ, ਉਹਨੂੰ ਵੇਖ ਰਹੇ ਨੇ ਲੋਕ ਸਾਰੇ ਤੇ ਪੰਜਾਬੀ ਭਾਈਚਾਰੇ ਦੇ ਸਟੋਰਾਂ ਦੇ ਉੱਤੇ ਇੱਕ ਲੁੱਟ ਹੁੰਦੀ ਆ। ਤੁਸੀਂ ਲੰਬੇ ਸਮੇਂ ਤੋਂ ਕੈਲੀਫੋਰਨੀਆ ਦੇ ਵਸਨੀਕ ਹੋ, ਕੈਲੀਫੋਰਨੀਆ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸਰਕਾਰਾਂ, ਵੱਖ-ਵੱਖ ਤਰ੍ਹਾਂ ਦੇ ਤੁਸੀਂ ਇਸ ਮਾਹੌਲ ਨੂੰ ਦੇਖ ਚੁੱਕੇ ਹੋ। ਸੈਨ ਫਰਾਂਸਿਸਕੋ ਦੀ ਅਕਸਰ ਹੀ ਆਪਾਂ ਚਰਚਾ ਕਰਦੇ ਹਾਂ ਆਪਣੀ ਗੱਲਬਾਤ ਦੇ ਵਿੱਚ। ਜਿਹੜਾ ਕਾਨੂੰਨ ਆ ਇੱਕ ਉਹਦੇ ਬਾਰੇ ਜ਼ਰੂਰ ਦੱਸੋ, ਤੇ ਦੂਜੀ ਗੱਲ ਇਹ ਹੈ ਕਿ ਆਪਾਂ ਸਾਰਿਆਂ ਨੂੰ ਸੱਦਾ ਦਿੰਦੇ ਹਾਂ, ਆਪਣੇ ਜਿੰਨੇ ਵੀ ਸਟੋਰਾਂ ਦੇ ਮਾਲਕ ਸੁਣ ਰਹੇ ਨੇ ਇਸ ਵੇਲੇ, ਕੈਲੀਫੋਰਨੀਆ ਦੇ ਕਿਸੇ ਹਿੱਸੇ ਦੇ ਵਿੱਚ ਵੀ ਸੁਣ ਰਹੇ ਹੋ, ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਖੁੱਲਾ ਸੱਦਾ, ਤੁਹਾਡੇ ਨਾਲ ਜੋ ਆਪਣੀਆਂ ਘਟਨਾਵਾਂ ਉਹਨਾਂ ਦੇ ਬਾਰੇ ਗੱਲਬਾਤ ਕਰਨ ਦੇ ਲਈ ਤੇ ਆਉਣ ਵਾਲੇ ਸਮੇਂ ਦੇ ਬਾਰੇ ਗੱਲਬਾਤ ਕਰਨ ਦੇ ਲਈ, ਕਿਉਂਕਿ ਇਹ ਤੁਹਾਡੇ ਲਈ ਬਹੁਤ ਅਹਿਮ ਜਾਣਕਾਰੀ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੀ ਹਰਜੋਤ ਸਿੰਘ ਜੀ। ਸੋ ਬਿਲਕੁਲ ਸਰੋਤਿਓ, ਆਪਾਂ ਸਵੇਰੇ ਖਬਰਾਂ 'ਚ ਵੀ ਸਾਂਝਾ ਕੀਤਾ ਸੀ ਵੀ ਕਿਸ ਤਰ੍ਹਾਂ ਸਟਾਕਟਨ ਦੇ ਵਿੱਚ ਇੱਕ 7-11 ਦੇ ਉੱਤੇ ਕਾਲੇ ਮੂਲ ਦਾ ਬੰਦਾ ਜੋ ਇੱਕ ਵਾਰੀ ਨਹੀਂ, 2 ਵਾਰੀ ਨਹੀਂ, 3 ਵਾਰੀ ਨਹੀਂ, 4 ਵਾਰੀ ਨਹੀਂ, 5ਵੀਂ ਵਾਰੀ ਜਦੋਂ ਉਹ 5ਵੇਂ ਦਿਨ ਲੁੱਟਣ ਆਇਆ ਤੇ ਫਿਰ ਉਹ ਆਪਣੇ ਬੰਦਿਆਂ ਨੇ ਢਾਹ ਲਿਆ ਤੇ ਢਾਹ ਕੇ ਉਹਨੂੰ ਕੁੱਟਿਆ। ਸੋ ਉਸ ਦੀ ਜਿਹੜੀ ਵੀਡੀਓ ਆ ਉਹ ਪੂਰੇ USA ਦੇ ਵਿੱਚ ਇਸ ਟਾਈਮ ਨੰਬਰ 1 ਦੇ ਉੱਤੇ ਟ੍ਰੈਂਡ ਕਰ ਰਹੀ ਆ। ਹਰ ਇੱਕ ਮੀਡੀਆ ਆਊਟਲੇਟ ਦੇ ਉੱਤੇ ਜਾ ਕੇ ਦੇਖ ਲਓ ਤੇ ਸਾਰੇ ਇਹੀ ਕਹਿੰਦੇ ਆ ਵੀ ਜੇ ਹੁਣ ਇੰਨੀ ਸਟੇਟ ਮੈਸਅਪ ਕਰਤੀ ਤਾਂ ਲੋਕ ਕੀ ਕਰਨ, ਬਿਜ਼ਨੈਸਸ ਕੀ ਕਰਨ। ਉਹਨਾਂ ਦੇ ਥੱਲੇ ਕਮੈਂਟ ਪੜ੍ਹ ਕੇ ਦੇਖ ਲਓ ਵੀ ਅਸੀਂ ਉਹਨਾਂ ਦੀ ਲੀਗਲ ਫੀਸ ਲਈ ਤਿਆਰ ਆ, ਗੋ ਫੰਡ ਵੀ ਕਰਾਂਗੇ ਜੇ ਉਹਨਾਂ ਤੇ ਕੇਸ ਹੁੰਦਾ ਜਾਂ ਕੁਝ ਵੀ। ਪ੍ਰੋਬਲਮ ਇਹ ਆ ਵੀ ਕੈਲੀਫੋਰਨੀਆ ਨੂੰ ਇੰਨਾ ਮੈਸ ਬਣਾ ਦਿੱਤਾ ਇੱਥੇ ਦੇ ਪੋਲੀਟੀਸ਼ੀਅਨ ਨੇ। ਜੋ ਲੋਕ ਪੁਰਾਣੇ ਆਏ ਆ, ਬਹੁਤ ਵਧੀਆ ਸਟੇਟ ਸੀ ਜਿਸ ਟਾਈਮ ਦਾ ਮੈਂ ਆਇਆ, ਉਸ ਟਾਈਮ ਜੇ ਕੋਈ $10 ਦੀ ਕਮੀਜ਼ ਵੀ ਸਟੋਰ ਤੋਂ ਚੱਕ ਲੈਂਦਾ ਸੀ ਨਾ, ਉਹਦੇ ਉੱਤੇ ਮਿਸਡਮੀਨਰ ਚਾਰਜ ਲੱਗ ਜਾਂਦੇ ਸੀ, ਉਹਨੂੰ ਪੁਲਿਸ ਅਰੈਸਟ ਕਰਦੀ ਸੀ। ਸੋ ਹੁਣ ਤੁਸੀਂ ਦੇਖੋ ਵੀ $950 ਤੱਕ ਇਹਨੀ ਲੀਗਲ ਕਰਤਾ ਵੀ ਤੁਸੀਂ ਚੋਰੀ ਚੱਕ ਕੇ ਲਿਜਾ ਸਕਦੇ ਆ, ਪੁਲਿਸ ਆਊਗੀ ਨਹੀਂ। ਉਸ ਤੋਂ ਵੀ ਉਲਟ ਜਿਹੜਾ ਕੰਮ ਹੋ ਰਿਹਾ ਆ, ਇੱਥੋਂ ਸਾਡੇ ਸੈਨੋਜ਼ੇ ਦੇ ਸਟੇਟ ਸੈਨੇਟਰ ਡੇਵਿਡ ਕੋਰਟੀਜ਼ੀਆ, ਇਹ ਇੱਕ ਨਵਾਂ ਬਿੱਲ ਲੈ ਕੇ ਆਏ ਆ, SB 553। ਲੈ ਕੇ ਕੀ ਆਏ ਆ, ਆਪਣੀ ਸਾਰੀ ਕਮਿਊਨਿਟੀ ਸੁੱਤੀ ਪਈ ਆ। ਅੱਜ ਦੀ ਡੇਟ 'ਚ ਵੀ ਮੈਂ ਗਰੰਟੀ ਦਿੰਨਾ 70-80% ਕੈਲੀਫੋਰਨੀਆ ਦੇ ਵਿੱਚ 7-11, ਗੈਸ ਸਟੇਸ਼ਨਸ, ਗਰੋਸਰੀ ਸਟੋਰ, ਕਨਵੀਨੀਅੰਸ ਸਟੋਰ, ਸਬਵੇ, ਰੈਸਟੋਰੈਂਟ ਪੰਜਾਬੀ ਓਨ ਕਰਦੇ ਹੈਗੇ ਆ, ਸਿੱਖ ਓਨ ਕਰਦੇ ਹੈਗੇ ਆ। ਪਰ ਸਾਡਾ ਸਾਰਿਆਂ ਦਾ ਧਿਆਨ ਇੱਧਰ ਨਹੀਂ ਹੁੰਦਾ। ਜਦੋਂ ਕਿਤੇ ਇਲੈਕਸ਼ਨਾਂ ਹੁੰਦੀਆਂ ਆ, ਉਹ ਆਪਾਂ ਪੋਲੀਟੀਸ਼ੀਅਨ ਸੱਦ ਲੈਂਦੇ ਆ, ਉਹਨਾਂ ਨੂੰ ਸੱਦ ਕੇ ਘਰ 15-20 ਬੰਦੇ ਇਕੱਠੇ ਕਰਕੇ $2,000, $500 ਦੇ ਕੇ ਫੋਟੋ ਖਿੱਚ ਕੇ ਸਤਿ ਸ੍ਰੀ ਅਕਾਲ ਜੀ। ਹੁਣ ਇਹ ਜਿਹੜਾ ਬਿੱਲ ਆ ਰਿਹਾ, ਇਹ ਬਿੱਲ ਚੋਰੀ ਨੂੰ ਲੀਗਲ ਕਰਨ ਜਾ ਰਿਹਾ ਆ। ਲੀਗਲ ਕਰਨ ਦਾ ਮਤਲਬ ਇਹ ਆ ਵੀ ਇਸ ਬਿੱਲ ਦੇ ਮੁਤਾਬਕ, ਇਹਦਾ ਨਾਂ ਤਾਂ ਬੜਾ ਹੀ ਨਹੀਂ ਰੱਖਿਆ ਵੀ EMPLOYEE ਸੇਫਟੀ ਬਿੱਲ ਹੈਗਾ ਆ। ਪਰ ਇਹਦੇ ਵਿੱਚ ਹੈ ਕਿ ਉਹਦੇ ਮੁਤਾਬਕ ਇਹ ਆ ਵੀ ਕੋਈ ਵੀ ਸਟੋਰ ਦਾ ਮਾਲਕ ਆਪਣੇ EMPLOYEE ਨੂੰ ਫੋਰਸ ਨਹੀਂ ਕਰ ਸਕਦਾ, ਕਹਿ ਨਹੀਂ ਸਕਦਾ ਵੀ ਜੇ ਕੋਈ ਚੋਰੀ ਕਰਨ ਆਇਆ ਉਹਦੇ ਨਾਲ ਫਸੋ ਜਾਂ ਉਹਨੂੰ ਰੋਕੋ। ਉਹਦਾ ਮਤਲਬ ਇਹ ਆ ਵੀ ਜਿਹੜਾ ਵੀ ਚੋਰੀ ਕਰਨ ਆਇਆ ਉਹਨੂੰ ਚੋਰੀ ਚੱਕਣ ਦਿਓ ਤੇ ਉਹਨੂੰ ਬਸ ਥੈਂਕ ਯੂ ਕਰਕੇ ਕਹੋ ਵੀ ਚੱਲ ਜਾ, ਤੂੰ ਨਹੀਂ ਵੀ ਪੈਸੇ ਦੇਣੇ, ਦੈਟਸ ਓਕੇ। ਹੁਣ ਤੁਸੀਂ ਦੱਸੋ ਵੀ ਆਪਾਂ ਅਮਰੀਕਾ ਵਰਗੀ ਸੁਪਰ ਪਾਵਰ ਮੁਲਕ 'ਚ ਰਹਿੰਦੇ ਆ ਜਾਂ ਕਿਸੇ ਥਰਡ ਵਰਲਡ ਕੰਟਰੀ ਦੇ ਵਿੱਚ ਰਹਿੰਦੇ ਆ। ਇੰਨੀ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਦੇ ਕਤਲ ਹੋਏ ਆ ਪਿਛਲੇ ਸਾਲਾਂ ਦੇ ਵਿੱਚ, ਚਾਹੇ ਉਹ ਗੈਸ ਸਟੇਸ਼ਨਾਂ ਤੇ ਸੀ, ਗਰੋਸਰੀ ਸਟੋਰਾਂ ਤੇ ਸੀ, ਲਿਕਰ ਸਟੋਰਾਂ ਤੇ ਸੀ,
ਆਪਾਂ ਦੇਖਦੇ ਹੀ ਆ ਹਨਾ, ਹਰ ਮਹੀਨੇ ਕੋਈ ਨਾ ਕੋਈ ਜਿਹੜੀ ਸਟੋਰੀ ਹੁੰਦੀ ਆ ਵੀ ਸਾਰੀ ਘਟਨਾ ਲੰਘੇ ਮਹੀਨੇ ਤੁਹਾਡੇ ਸਾਹਮਣੇ ਹੀ ਆ। ਸੋ ਇਹ SV 553 ਬਿੱਲ ਆਲਰੇਡੀ ਸੈਨੇਟ ਚੋਂ ਪਾਸ ਵੀ ਹੋ ਗਿਆ। ਦੇਖੋ ਕਿਸੇ ਨੂੰ ਨਹੀਂ ਪਤਾ ਇਹ ਬਿੱਲ ਦਾ ਰੌਲਾ ਵੀ ਹੁਣੇ ਜਦੋਂ ਜ਼ਿਆਦੇ ਮਗਿਆ, ਜਦੋਂ ਸਟਾਕਟਨ ਵਾਲੀ ਇਨਸੀਡੈਂਟ ਹੋਈ ਆ ਵੀ ਹੁਣ ਬੰਦੇ ਅੱਕ ਕੇ ਕੀ ਕਰਨ, ਉਹਨਾਂ ਨੂੰ ਕੁੱਟਣਾ ਪਿਆ ਬੰਦਾ, ਠੀਕ ਆ। ਉਹਦੀ ਵੀਡੀਓ ਕਿਸੇ ਨੇ ਬਣਾ ਲਈ, ਵੀਡੀਓ ਜਿਹੜੀ ਆ ਵਾਇਰਲ ਹੋ ਗਈ ਹੈਗੀ ਆ। ਹੁਣ ਆਪਣੇ ਬੰਦਿਆਂ ਨੂੰ ਇਮੀਡੀਏਟਲੀ ਐਕਟ ਕਰਨਾ ਪੈਣਾ, ਕਿਉਂਕਿ ਇਹ ਬਿੱਲ ਜਾਣਾ ਮੁੜ ਕੇ ਅਸੈਂਬਲੀ 'ਚ, ਅਸੈਂਬਲੀ ਤੋਂ ਬਾਅਦ ਫਿਰ ਇਹ ਗਵਰਨਰ ਦੇ ਤੇ ਜਿਹੜਾ ਡੈਸਕ ਆ ਉਹਦੇ ਤੇ ਜਾਣਾ। ਹੁਣ ਇਹਦਾ ਜਿਹੜਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਹੁਣ ਲੋਕ ਕਹਿੰਦੇ ਵੀ ਇਹ ਕੀ ਗੱਲ ਹੋਈ ਤੇ ਤੁਹਾਡੇ ਸਟੋਰ ਤੇ ਲੁੱਟਣ ਆ ਜਾਣ ਤੇ ਉਹ ਲੁੱਟ ਕੇ ਤੁਸੀਂ ਉਹਨੂੰ ਰੋਕ ਵੀ ਨਹੀਂ ਸਕਦੇ। ਆਪਾਂ ਦੇਖਦੇ ਹੀ ਆ ਸਮੈਸ਼ ਐਂਡ ਗ੍ਰੈਬ ਦੇ ਅੰਦਰ ਕਿੰਨੇ ਸਾਰੇ ਜਿਹੜੇ ਸਟੋਰ ਆ ਉਹ ਲੁੱਟ ਹੁੰਦੇ ਹੈਗੇ ਆ। 10-10 20 ਜਾਣੇ ਆਉਂਦੇ ਆ, ਵੱਡੇ ਵੱਡੇ ਬੈਗ ਭਰੇ ਹੋ ਆ, ਬੈਗ ਭਰ ਕੇ ਨਿਕਲ ਜਾਂਦੇ, ਕੋਈ ਉਹਨਾਂ ਨੂੰ ਰੋਕਣ ਵਾਲਾ ਨਹੀਂ। ਇਹਦੇ ਕਰਕੇ ਹੀ ਸੈਨ ਫਰਾਂਸਿਸਕੋ 'ਚ 40-50% ਬਿਜ਼ਨਸ ਸ਼ਟ ਡਾਊਨ ਹੋ ਗਿਆ। ਸਟਰੀਟ ਤੇ 70-80% ਤੱਕ ਸ਼ਟ ਡਾਊਨ ਹੋ ਗਿਆ। ਲੋਕਾਂ ਨੂੰ ਇੰਸ਼ੋਰੈਂਸ ਨਹੀਂ ਮਿਲ ਰਹੀ ਹੈਗੀ, ਕਿਉਂਕਿ ਜੋ ਇਹ ਸ਼ਹਿਰ ਆ ਉਹ ਕਹਿੰਦੇ ਕ੍ਰਾਈਮ ਇੰਨਾ ਵੱਧ ਗਿਆ, ਇੰਸ਼ੋਰੈਂਸ ਕੰਪਨੀਆਂ ਕਹਿੰਦੇ ਅਸੀਂ ਲਿਖਣਾ ਹੀ ਨਹੀਂ ਇਹਨਾਂ ਇਹ ਜਿਹੜੇ ਸ਼ਹਿਰ ਹੈਗੇ ਇਹਨਾਂ ਦੇ ਵਿੱਚ। ਹੁਣ ਆਪਣੇ ਬੰਦੇ ਕੀ ਕਰਨ, ਆਪਣਿਆਂ ਨੂੰ ਇਮੀਡੀਏਟਲੀ, ਇੱਕ ਤਾਂ ਇਹ ਆ ਵੀ ਜਿੱਥੇ ਵੀ ਤੁਸੀਂ ਰਹਿੰਦੇ ਆ ਸਟੋਰਾਂ ਲਗਭਗ ਸਾਰੇ ਪਰਿਵਾਰ ਕਿਸੇ ਨਾ ਕਿਸੇ ਨਾਲ ਰਿਸ਼ਤੇਦਾਰ ਵੀ ਹੈਗੇ ਆ, ਤੁਸੀਂ ਆਪਣੇ ਅਸੈਂਬਲੀਮੈਨ ਨੂੰ, ਸੈਨੇਟਰ ਨੂੰ ਕਾਲ ਕਰੋ ਵੀ ਭਾਈ ਇਹ ਜਿਹੜਾ ਬਿੱਲ ਲੈ ਕੇ ਆਏ ਆ ਕੀ ਇਹ ਤੁਸੀਂ ਸਮਾਲ ਬਿਜ਼ਨਸ ਨੂੰ ਟੋਟਲੀ ਬੰਦ ਕਰਨ ਦੇ ਲਈ ਇਹ ਬਿੱਲ ਲੈ ਕੇ ਆਏ ਆ, ਤਾਂ ਕਿ ਜਿਹੜੇ ਛੋਟੇ ਬਿਜ਼ਨਸ ਆ ਬੰਦ ਹੋ ਜਾਣ ਤੇ ਬਾਕੀ ਬੜੇ ਬਿਜ਼ਨਸ ਆ ਉਹ ਚੱਲਦੇ ਰਹਿਣ। ਸੋ ਇਹ ਇਮੀਡੀਏਟਲੀ ਐਕਟ ਹੋਣ ਲਈ ਤੁਹਾਨੂੰ ਇਸ ਕਰਕੇ ਆਪਾਂ ਇਹ ਸ਼ੋਅ ਕਰ ਰਹੇ ਹਾਂ। ਸਵੇਰੇ ਵੀ ਆਪਾਂ ਕੀਤਾ ਸੀ, ਬਹੁਤ ਬਿਜ਼ੀ ਰਿਹਾ 1 ਘੰਟਾ। ਸੋ ਹੁਣ ਵੀ ਤੁਹਾਨੂੰ ਇਸੇ ਕਰਕੇ ਜਿਹੜਾ ਆ ਉਹ ਕਹਿ ਰਹੇ ਹੈਗੇ ਆ। ਸੋ ਇਹਦੇ ਸੰਬੰਧ ਦੇ ਵਿੱਚ ਤੁਹਾਡੇ ਕੀ ਵਿਚਾਰ ਆ, ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ। ਉਹ ਜਿਹੜੇ ਬੰਦੇ ਦਾ ਕਟਾਪਾ ਹੋਇਆ ਉਹਦੇ ਬਾਰੇ ਕੀ ਵਿਚਾਰ ਆ, ਕਿਉਂਕਿ ਈਵਨ ਫੌਕਸ ਨਿਊਜ਼ ਦੇ ਚੈਨਲ, CBS, ਅਮਰੀਕਾ ਦੇ ਹਰ ਇੱਕ ਚੈਨਲ ਨੇ ਉਸ ਖਬਰ ਨੂੰ ਕਵਰ ਕੀਤਾ ਹੈਗਾ। ਪਰ ਸੋ ਸਾਡਾ ਟੈਲੀਫੋਨ ਨੰਬਰ ਵੀ ਮੈਂ ਦੇ ਦੇਣਾ ਤੁਹਾਡੇ ਲਈ, ਤੁਸੀਂ ਕਾਲ ਕਰ ਸਕਦੇ ਹੋ 408-272-5200 ਤੇ 4082725200 ਤੇ ਆਪਣੀ ਕਮਿਊਨਿਟੀ ਨੂੰ ਕੀ ਕਰਨਾ ਚਾਹੀਦਾ। ਜੇ ਕੱਲ ਨੂੰ ਜਿਹੜੇ ਸਾਡੇ ਭਰਾਵਾਂ ਨੇ ਐਕਸ਼ਨ ਕੀਤਾ ਉਹਨਾਂ ਤੇ ਕੋਈ ਕਿਸੇ ਤਰ੍ਹਾਂ ਦਾ ਐਕਸ਼ਨ ਆਉਂਦਾ ਤੇ ਉਹਨਾਂ ਦਾ ਤੁਸੀਂ ਸਟੋਰਾਂ ਵਾਲੇ ਸਾਥ ਦਵੋਗੇ ਕਿ ਨਹੀਂ, ਉਹ ਉਸ ਸਾਥ ਦੇਣ ਦੇ ਲਈ ਤੁਸੀਂ ਕੀ ਕਰੋਗੇ, ਹਨਾ। ਕਿਉਂਕਿ ਹੁਣ ਇਹ ਵੀ ਖਬਰਾਂ ਆ ਰਹੀਆਂ ਵੀ ਜੀ ਉੱਥੇ ਦਾ ਡਿਸਟ੍ਰਿਕਟ ਅਟਾਰਨੀ ਜੋ ਸਟਾਕਟਨ ਦਾ ਉਹ ਇਨਵੈਸਟੀਗੇਟ ਕਰ ਰਿਹਾ, ਕੋਈ ਐਕਸ਼ਨ ਲੈ ਸਕਦਾ ਹੈ। ਜੋ ਅਮਰੀਕਾ ਦੇ ਵਿੱਚ ਇਸ ਟਾਈਮ ਦੇ ਉੱਤੇ ਲਿਬਰਲ ਮੀਡੀਆ ਨੇ ਗੰਦ ਪਾਇਆ ਉਹ ਐਗਜ਼ੈਕਟਲੀ ਸੇਮ ਆ ਜੋ ਮੋਦੀ ਦੀ ਸਰਕਾਰ ਉੱਥੇ ਗੋਦੀ ਮੀਡੀਆ ਜਿਹੜਾ ਆਪਾਂ ਕਹਿੰਦੇ ਆ। ਤੁਸੀਂ ਦੇਖੋ ਵੀ ਅੱਜ ਦੀ ਡੇਟ ਦੇ ਵਿੱਚ ਜਿੰਨੇ ਵੀ ਮੈਂ ਦੇਖਿਆ ਮੋਸਟਲੀ ਮੀਡੀਆ ਆਊਟਲੈਟਸ, ਉਹਨਾਂ ਨੇ ਇਹ ਕਿਹਾ ਵੀ ਹਾਂ ਇਹਨਾਂ ਦੇ ਕੋਲ ਕੋਈ ਚਾਰਾ ਨਹੀਂ ਸੀ, ਹੁਣ ਵਿਚਾਰੇ ਕਰਦੇ ਤਾਂ ਕੀ ਕਰਦੇ। ਪਰ ਮੋਡੈਸਟੋ ਦੀ ਅਖਬਾਰ ਹੈ ਇੱਕ ਬਹੁਤ ਵੱਡੀ, ਮੋਡੈਸਟੋ ਵੀ, ਉਹਨਾਂ ਨੇ ਅੱਜ ਆਪਣਾ ਓਪੀਨੀਅਨ ਐਡੀਟੋਰੀਅਲ ਲਿਖਿਆ ਆ। ਓਪੀਨੀਅਨ ਐਡੀਟੋਰੀਅਲ ਦੇ ਵਿੱਚ ਉਹਨੇ ਇਹ ਲਿਖਿਆ ਵੀ ਜੋ ਸਟੋਰ ਦੇ ਕੈਸ਼ੀਅਰਸ ਨੇ ਉਸ ਬੰਦੇ ਨੂੰ ਕੁੱਟਿਆ, ਜੋ ਇੱਕ ਪੂਰਾ 20 ਗੈਲਨ ਦਾ ਜੋ ਟਰੈਸ਼ ਕੈਨ ਸੀ ਭਰ ਰਿਹਾ ਸੀ, ਉਹ ਇੰਨਾ ਕੁੱਟਣਾ ਨਹੀਂ ਚਾਹੀਦਾ ਸੀ, ਉਹ ਬਹੁਤ ਜ਼ਿਆਦੇ ਆ ਤੇ ਇਹਨਾਂ ਦੇ ਉੱਤੇ ਫੈਲਨੀ ਚਾਰजेस ਲੱਗਣੇ ਚਾਹੀਦੇ ਆ। ਠੀਕ ਹੈ, ਇਹ ਮੋਡੈਸਟੋ ਵੀ ਨੇ ਐਡੀਟੋਰੀਅਲ ਆਰਟੀਕਲ ਲਿਖਿਆ। ਹੁਣ ਦੱਸੋ ਜਦੋਂ ਇਦਾਂ ਦੇ ਆਰਟੀਕਲ ਆਉਂਦੇ ਆ ਉਹਨਾਂ ਦੇ ਓਪੀਨੀਅਨਸ ਦਾ ਅਸਰ ਜਿਹੜੇ ਲੋਕਲ ਪੁਲਿਸ ਆ, ਉੱਥੇ ਦੇ ਡਿਸਟ੍ਰਿਕਟ ਅਟਾਰਨੀ ਆ, ਉਹਨਾਂ ਦੇ ਉੱਤੇ ਹੁੰਦਾ। ਹੁਣ ਇੱਕ ਤਾਂ ਇੰਨੀ ਵੱਡੀ ਗਿਣਤੀ ਦੇ ਵਿੱਚ ਆਪਣੇ ਪੰਜਾਬੀ ਮੋਡੈਸਟੋ, ਸੀਰੀਜ਼, ਟਰਲਕ ਇਹਨਾਂ ਏਰੀਆ 'ਚ ਰਹਿੰਦੇ, ਉਹਨਾਂ ਨੂੰ ਇਮੀਡੀਏਟਲੀ ਮੋਡੈਸਟੋ ਵੀ ਨੂੰ ਕਾਲ ਕਰਨਾ ਚਾਹੀਦਾ ਵੀ ਭਾਈ ਮੇਰੇ ਕੋਲ ਟਾਈਮ ਥੋੜਾ ਸੀ, ਮੈਂ ਥੋੜੀ ਜਿਹੀ ਸਰਚ ਕੀਤੀ। ਰਣਦੀਪ ਸਿੰਘ ਦਾ ਨਵੰਬਰ 2008 ਦੇ ਵਿੱਚ ਮੋਡੈਸਟੋ 'ਚ ਕਤਲ ਹੋਇਆ, ਸਟੋਰ ਤੇ ਕੰਮ ਕਰਦਾ ਸੀ ਮੁੰਡਾ। ਹਰਵਿੰਦਰ ਸਿੰਘ ਸੰਘੇੜੇ ਦਾ 2009 ਦੇ ਵਿੱਚ ਕਤਲ ਹੋਇਆ, ਸਟੋਰ ਤੇ ਕੰਮ ਕਰਦਾ ਸੀ। ਸੁਖਵਿੰਦਰ ਸਿੰਘ ਦਾ ਮਈ 2017 'ਚ ਇੱਕ ਹੈਸ਼ ਫੂਡ ਐਂਡ ਮਾਰਕੀਟ ਆ, ਉੱਥੇ ਕਤਲ ਹੋਇਆ 2017 ਦੇ ਵਿੱਚ। ਜਗਜੀਤ ਸਿੰਘ ਦਾ ਮਈ 2017 ਦੇ ਵਿੱਚ ਕਤਲ ਹੋਇਆ। ਇਹ ਮੈਂ ਇੰਨੇ ਕੁ ਸਰਚ ਕਰ ਹਟਿਆ, ਜਦ ਕਿ ਮੈਨੂੰ ਪਤਾ ਵੀ ਬਹੁਤ ਵੱਡੀ ਗਿਣਤੀ ਆ। ਇਹ ਇਕੱਲੇ ਮੋਡੈਸਟੋ ਦੀ ਮੈਂ ਦੱਸ ਰਿਹਾ ਤੇ ਮੈਨੂੰ ਇੱਕ ਵੀ ਉਹਨਾਂ ਦੀ ਜਿਹੜੀ ਸਟੇਟਮੈਂਟ ਆ ਮੋਡੈਸਟੋ ਵੀ ਦੀ ਸਾਹਮਣੇ ਆਈ ਵੀ ਹਾਂ ਇਹ ਬਹੁਤ ਮਾੜਾ ਕੰਮ ਹੋਇਆ, ਜਿਹੜੀ ਕਮਿਊਨਿਟੀ ਨਾਲ ਧੱਕਾ ਹੋਇਆ। ਉਹਦਾ ਵਿਚਾਰੇ ਮਿਨੀਮਮ ਪੇ ਦੀ ਜੌਬ ਕਰਦੇ ਆ, ਕੀ ਕਰਨ, ਹਨਾ। ਤੁਸੀਂ ਹੁਣ ਦੇਖੋ ਵੀ ਇੱਕ ਬੰਦੇ ਨੂੰ, ਚੋਰ ਨੂੰ, ਜੋ ਲਗਾਤਾਰ 5 ਦਿਨਾਂ ਤੋਂ ਚੋਰੀ ਕਰਨ ਆ ਰਿਹਾ, ਸ਼ਰੇਆਮ ਚੋਰੀ ਕਰਦਾ, ਜੇ ਫੜ ਕੇ ਉਹਦੇ 4 ਛਿੱਤਰ ਲਾਤੇ ਤਾਂ ਹੁਣ ਇਹ ਮੀਡੀਆ ਵਾਲੇ ਕਹਿੰਦੇ ਆ ਵੀ ਨਹੀਂ ਜੀ ਇਹ ਬਹੁਤ ਐਕਸੈਸਿਵ ਹੋਇਆ ਤੇ ਇਹਨਾਂ ਤੇ ਫੈਲਨੀ ਚਾਰजेस ਲੱਗਣੇ ਚਾਹੀਦੇ। ਐਡੀਟੋਰੀਅਲ ਲਿਖਿਆ ਇਹ ਤਾਂ ਕਰਕੇ ਹੁਣ ਆਪਾਂ ਪੰਜਾਬੀ ਰੇਡੀਓ USA ਤੁਹਾਡਾ ਰੇਡੀਓ ਆ, ਆਪਣੇ ਸਰੋਤਿਆਂ ਦਾ ਰੇਡੀਓ ਆ,
ਤੇ ਸਾਡਾ ਮੇਨ ਮਕਸਦ ਹੈਗਾ ਆਪਣੀ ਕਮਿਊਨਿਟੀ ਦਾ ਜਿਹੜਾ ਕੋਈ ਵੀ ਇਸ਼ੂ ਆ, ਕਿਸੇ ਦੇ ਨਾਲ ਜਿਹੜਾ ਧੱਕਾ ਹੁੰਦਾ ਉਹ ਆਪਾਂ ਨਾਲ ਖੜੀਏ। ਜੇ ਕੱਲ ਨੂੰ ਸਟਾਕਟਨ ਦੇ ਵਿੱਚ ਜੋ ਉੱਥੇ ਕੰਮ ਕਰਦੇ ਸੀ ਜਾਂ ਸਟੋਰ ਦੇ ਮਾਲਕ ਆ, ਉਹਨਾਂ ਦੇ ਨਾਲ ਕੁਝ ਵਾਪਰਦਾ ਆ, ਉਹਨਾਂ ਦੇ ਅਗੇਂਸਟ ਕੋਈ ਐਕਸ਼ਨ ਹੁੰਦਾ, ਤੇ ਸਾਡੀ ਸਾਰੀ ਕਮਿਊਨਿਟੀ ਨੂੰ ਇਕੱਠੇ ਹੋਣਾ ਪੈਣਾ। ਨਹੀਂ ਤਾਂ ਇਹ ਕੱਲੇ ਸਟੋਰ ਤੇ ਵਾਪਰਨ ਜਾ ਰਿਹਾ। ਜਦੋਂ ਹੁਣ ਫੁੱਲ ਹੋ ਗਈ, ਬੰਦਾ 5 ਦਿਨ ਲਗਾਤਾਰ ਚੋਰੀ ਕਰਦਾ ਉੱਥੇ ਇੱਕ ਸਟੋਰ ਤੇ, ਹੁਣ ਜਿੰਨੇ ਵੀ ਆਲੇ ਦੁਆਲੇ ਚੋਰ ਆ ਉੱਥੇ ਤੁਹਾਨੂੰ ਪਤਾ ਹੈ ਸਟਾਕਟਨ ਦਾ ਤਾਂ ਕਿੰਨਾ ਬੁਰਾ ਹਾਲ ਆ, ਕਿੰਨੇ ਹੋਮਲੈਸ ਆ, ਕਿੰਨੇ ਉੱਥੇ ਕ੍ਰਾਈਮ ਵਧਿਆ ਆ, ਸਭ ਤੋਂ ਮਾੜਾ ਹਾਲ ਉੱਥੇ ਬਣਿਆ ਆ। ਉਹ ਇੱਕ ਦੂਜੇ ਨੂੰ ਵੀ ਪਤਾ ਲੱਗ ਜਾਂਦਾ ਭਈ ਮੈਂ ਤਾਂ ਉੱਥੋਂ ਬੈਗ ਭਰ ਲਿਆਂਦਾ, ਮੈਨੂੰ ਤਾਂ ਕਿਸੇ ਨੇ ਕੁਝ ਨਹੀਂ ਕਿਹਾ। ਫਿਰ ਅਲਟੀਮੇਟਲੀ ਤਾਂ ਤੁਹਾਨੂੰ ਸਟੋਰ ਜਿਹੜੇ ਤੁਸੀਂ ਇੰਨੀ ਮਿਹਨਤ ਕਰਕੇ ਸਾਲਾਂ ਬੱਧੀ ਕੰਮ ਕਰਕੇ ਮਿਨੀਮਮ ਵੇਜਸ ਤੇ ਕੰਮ ਕਰਕੇ ਜੇ ਬਿਜ਼ਨਸ ਬਣਾਏ ਆ, ਤੇ ਉਹ ਤੁਸੀਂ ਇਹਨਾਂ ਚੋਰਾਂ ਲਟੇਰਿਆਂ ਨੂੰ ਲਟਾ ਦਿਓ, ਵੀ ਇਹ ਕਿੱਥੇ ਦੀ ਜਿਹੜੀ ਸਿਆਣਪ ਹੈਗੀ ਆ। ਸੋ ਆਪਣੀ ਕਮਿਊਨਿਟੀ ਨੂੰ, ਆਪਣੇ ਜਿੰਨੇ ਵੀ ਬਿਜ਼ਨਸ ਓਨਰਸ ਆ, ਉਹਨਾਂ ਸਾਰਿਆਂ ਨੂੰ ਖੜਨਾ ਪੈਣਾ ਆ। ਇਦਾਂ ਨਾ ਸੋਚੋ ਵੀ ਇਹ ਤੁਹਾਡੀ ਵਾਰੀ ਨਹੀਂ ਆਣੀ, ਹਨਾ, ਇਹ ਆਣੀ ਆ। ਆਪਾਂ ਹਰ ਰੋਜ਼ ਦੇਖਦੇ ਆ ਵੀ ਕਿੰਨੀ ਜਗ੍ਹਾ ਦੇ ਉੱਤੇ ਰੋਬਰੀਆਂ ਹੁੰਦੀਆਂ, ਕਿੰਨੀ ਜਗ੍ਹਾ ਤੇ ਸ਼ੂਟਿੰਗ ਹੁੰਦੀਆਂ। 2-3 ਮਹੀਨਿਆਂ 'ਚ ਤਾਂ ਆਪਣੇ 3 ਮੁੰਡੇ ਘੱਟੋ ਘੱਟ ਮਰੇ ਆ। ਵੈਸੈਲੀਆ 'ਚ ਮਰਿਆ ਸੀ ਵਿਚਾਰਾ ਮੁੰਡਾ 20 ਸਾਲਾਂ ਦਾ, ਹਨਾ। ਫਿਰ ਸਦਰਨ ਕੈਲੀਫੋਰਨੀਆ ਦੇ ਵਿੱਚ ਸੀ, ਉੱਥੇ ਸ਼ੂਟਿੰਗ 'ਚ ਮਾਰਤਾ। ਸੋ ਹੁਣ ਬੰਦੇ ਕਰਨ ਤਾਂ ਕੀ ਕਰਨ, ਇੱਕ ਤਾਂ ਤੁਸੀਂ ਜੌਬ ਕਰਦੇ ਆ, ਇੱਕ ਆਪਣੀ ਜਿਹੜੀ ਲਾਈਫ ਆ ਉਹਨੂੰ ਇੰਨਾ ਖਤਰੇ 'ਚ ਪਾਉਂਦੇ ਆ। ਉੱਤੋਂ ਜਿਹੜੇ ਸਾਡੇ ਪੋਲੀਟੀਸ਼ੀਅਨ ਆ, ਜਿਨ੍ਹਾਂ ਨੂੰ ਜਿਹੜੀ ਸਟੇਟ ਨੂੰ, ਕਾਉਂਟੀ ਨੂੰ ਇੰਨਾ ਟੈਕਸ ਮਿਲਦਾ ਆ ਸੇਲਸ ਤੋਂ, ਜਿਨ੍ਹਾਂ ਦੇ ਸਿਰ ਦੇ ਉੱਤੇ ਉਹਨਾਂ ਦੀ ਤਨਖਾਹ ਆ, ਪੁਲਿਸ ਦੀ ਤਨਖਾਹ ਆ, ਜੇ ਉਹ ਸਾਡਾ ਸਾਥ ਨਹੀਂ ਦਊਗੇ ਤਾਂ ਕੀ ਕਰੂਗੇ। ਇਹਦੇ ਵਿੱਚ ਇਹ ਵੀ ਮੈਂ ਦੱਸਦਾ ਜਾਵਾਂ ਵੀ ਪੁਲਿਸ ਵਾਲਿਆਂ ਦਾ ਕੋਈ ਕਸੂਰ ਨਹੀਂ ਹੈ। ਪੁਲਿਸ ਵਾਲਿਆਂ ਦੇ ਹੱਥ ਵਿਚਾਰਿਆਂ ਦੇ ਬੰਨੇ ਹੋਏ ਆ, ਕਿਉਂਕਿ ਜਦ ਨਹੀਂ ਲਿਖੇ ਦਿੱਤਾ ਵੀ $950 ਤੋਂ ਥੱਲੇ ਜਿਹੜਾ ਆ ਕਿਸੇ ਦੇ ਕੇਸ ਨਹੀਂ ਕਰਨਾ ਹੈਗਾ, ਕੋਈ ਚਾਰਜ ਨਹੀਂ ਹੋਣਾ। ਹੁਣ ਉਹ ਪੁਲਿਸ ਵਾਲੇ ਪਹਿਲਾਂ ਪੁੱਛਦੇ ਵੀ ਕਿੰਨੇ ਦਾ ਨੁਕਸਾਨ ਹੋਇਆ। ਹੁਣ 950 ਤੋਂ ਥੱਲੇ ਉਹ ਕਹਿੰਦੇ ਸਾਡਾ ਆਉਣ ਦਾ ਕੋਈ ਫਾਇਦਾ ਨਹੀਂ, ਜੇ ਉੱਪਰ ਹੋਇਆ ਫਿਰ ਅਸੀਂ ਆ ਜਾਾਂਗੇ, ਫਿਰ ਰਿਪੋਰਟ ਲਿਖ ਦਾਂਗੇ। ਹੁਣ ਇਹ ਬੰਦਾ ਕਰੇ ਤਾਂ ਕੀ ਕਰੇ। ਸੋ ਇਹਦੇ ਬਾਬਤ ਆਪਾਂ ਅੱਜ ਡਿਸਕਸ ਕਰਨਾ ਹੈ, ਇਹ 4 ਵਜੇ ਤਾਈਂ, ਤੇ ਤੁਸੀਂ ਜਰੂਰ ਕਾਲ ਕਰਕੇ 408-272-5200 ਤੇ ਆਪਣੇ ਵਿਚਾਰ ਦਿਓ ਵੀ ਆਪਣੇ ਬਿਜ਼ਨਸ ਓਨਰਸ ਆ ਉਹਨਾਂ ਨੂੰ ਕੀ ਕਰਨਾ ਚਾਹੀਦਾ, ਆਪਣੀ ਕਮਿਊਨਿਟੀ ਨੂੰ ਕੀ ਕਰਨਾ ਚਾਹੀਦਾ। ਕਿਉਂਕਿ ਆਪਾਂ ਇੰਡੀਆ 'ਚ ਕੁਝ ਵਾਪਰਦਾ ਉਹਦਾ ਬਹੁਤ ਰੌਲਾ ਪਾਉਂਦੇ ਰਹਿੰਦੇ ਆ। ਜਿੱਥੇ ਆਪਾਂ ਰਹਿ ਰਹੇ ਆ, ਜਿੱਥੇ ਸਾਡੇ ਲਾਈਫ ਨੂੰ ਹਰ ਰੋਜ਼ ਅਫੈਕਟ ਕਰਨਾ ਆ, ਉੱਥੇ ਅਸੀਂ ਸੁੱਤੇ ਰਹਿੰਦੇ ਹੈਗੇ ਆ। ਜਿਸ ਬਿੱਲ ਬਾਰੇ ਮੈਂ ਇੰਨੀ ਜਾਣਕਾਰੀ ਦੇ ਰਿਹਾ ਆ, ਆਪਣੇ ਮੈਨੂੰ ਲੱਗਦਾ 90% ਬਿਜ਼ਨਸ ਓਨਰ ਨੂੰ ਵੀ ਨਹੀਂ ਪਤਾ ਵੀ ਇਹ ਬਿੱਲ ਆ ਰਿਹਾ ਆ, ਵੀ ਜਿਹਦੇ ਮੁਤਾਬਕ ਤੁਸੀਂ ਆਪਣੇ EMPLOYE ਨੂੰ ਕਹਿ ਨਹੀਂ ਸਕਦੇ ਵੀ ਭਈਆ ਚੋਰ ਨੂੰ ਫੜ ਲਈ ਜੇ ਚੋਰ ਚੋਰੀ ਕਰਨਾ ਆ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਇਸੇ ਮਸਲੇ ਉੱਤੇ ਗੱਲਬਾਤ ਕਰਨ ਲਈ ਹਰਜੋਤ ਸਿੰਘ ਜੀ ਆਪਣੇ ਨਾਲ ਕੁਝ ਕਾਲਰ ਜਿਹੜੇ ਨੇ ਉਹ ਜੁੜੇ ਨੇ, ਉਹਨਾਂ ਦੀ ਰਾਏ ਵੀ ਜਾਣਦੇ ਆ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਇਸ ਮਸਲੇ ਨੂੰ ਲੈ ਕੇ, ਤੇ ਉਸ ਤੋਂ ਬਾਅਦ ਚਰਚਾ ਨੂੰ ਜਾਰੀ ਰੱਖਾਂਗੇ। ਰਾਜਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਰਾਜਵਿੰਦਰ ਜੀ, ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਹਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਖਾਲਸਾ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ, ਤੁਹਾਡਾ ਧੰਨਵਾਦ ਜੀ। ਪਰ ਮੇਰਾ ਕੁਐਸਚਨ ਇੱਕ ਹੈ, ਮੈਂ ਚਲੋ ਕਿਸੇ ਬਿਜ਼ਨਸ ਵਿੱਚ ਤਾਂ ਹੈ ਨਹੀਂ, ਪਰ ਮੈਨੂੰ ਦੁੱਖ ਇਸ ਗੱਲ ਦਾ ਵੀ ਜਦੋਂ ਦੀ ਵੀਡੀਓ ਆਈ ਹੈ, ਜਿਹੜੇ ਆਪਣੀਆਂ ਇੱਥੇ ਮਤਲਬ ਨਾ ਬਣੀਆਂ ਵੀਆਂ ਕਮੇਟੀਆਂ ਇਹਨਾਂ ਦੀਆਂ ਸਟੋਰਾਂ ਵਾਸਤੇ, ਕਿਸੇ ਦਾ ਐਸੋਸੀਏਸ਼ਨ ਹੈ ਨਾ, ਉਹ ਮੈਂ ਤਾਂ ਉਹਨਾਂ ਦੀ ਕਦੇ ਕੋਈ ਮੀਟਿੰਗ ਇਹੋ ਜਿਹੀ ਸੁਣੀ ਨਹੀਂ ਵੀ ਹੁਣ ਜਿਹੜੇ ਆਹ ਬੰਦੇ ਕੁੱਟਿਆ ਹੈ ਵੀ ਉਹਨਾਂ ਨੂੰ ਅਸੀਂ ਬਚਾਵਾਂਗੇ ਜੀ। ਉਹ ਰੌਲਾ ਪਾਉਣ ਆ ਕੇ, ਜਿਵੇਂ ਤੁਸੀਂ ਐਡਾ ਵੱਡਾ ਹੁਣ ਪਲੇਟਫਾਰਮ ਦੇ ਰਹੇ ਹੋ, ਤੁਹਾਨੂੰ ਕੋਈ ਬੰਦਾ, ਮੈਨੂੰ ਤਾਂ ਉਸ ਦਿਨ ਦਾ ਸੁਣਿਆ ਨਹੀਂ, ਕਾਲ ਕੀਤੀ ਹੋਵੇ ਹਾਂਜੀ ਸਾਡੀ ਆ ਫਲਾਨੀ ਇੱਥੇ ਇੱਕ ਹੈ ਜੀ, ਫਲਾਨੀ ਹੈ ਜੀ, ਪੱਗ ਕੁਛ ਵੀ ਹੈ, ਮੈਂ ਉਹਨਾਂ ਦੇ ਉਹ ਬੰਦੇ ਇੱਥੇ ਰੇਡੀਓ ਸ਼ੋਅ ਦੇ ਨਹੀਂ ਆਉਂਦੇ, ਤੇ ਪਰ ਇੱਥੇ ਆਹ ਸਿੰਗਰ ਸੱਦ ਕੇ ਜ਼ਰੂਰ ਪੈਸੇ ਇਕੱਠੇ ਕਰਦੇ ਆ। ਮੈਂ ਉਹਨਾਂ ਨੂੰ ਕੋਈ ਮਾੜਾ ਨਹੀਂ ਚੰਗਾ ਨਹੀਂ, ਮਤਲਬ ਉਹਨਾਂ ਦਾ ਅੱਜ ਫਰਜ਼ ਬਣਦਾ ਹੈ ਵੀ ਇਹ ਲੋਕਾਂ ਦੀ ਬਾਂਹ ਫੜਨ। ਜੇ ਤੁਸੀਂ ਸਟੋਰਾਂ ਵਾਲਿਆਂ ਤੋਂ, ਬਿਜ਼ਨਸ ਵਾਲਿਆਂ ਤੋਂ ਕੋਈ ਫੰਡ ਲੈ ਕੇ ਕਮੇਟੀਆਂ ਬਣਾਈਆਂ ਵੀ ਆ, ਤੇ ਸਾਡਾ ਫਰਜ਼ ਨਹੀਂ ਜੀ, ਉਹਨਾਂ ਦਾ ਫਰਜ਼ ਨਹੀਂ ਬਣਦਾ। ਤੁਸੀਂ ਮੈਨੂੰ ਦੱਸਿਓ ਜੀ ਬਿਲਕੁਲ। ਇਹਨਾਂ ਨੇ ਜਿਹੜੀਆਂ ਐਸੋਸੀਏਸ਼ਨਾਂ ਬਣਾਈਆਂ ਨਾ ਰਾਜਵਿੰਦਰ ਭਾਜੀ, ਇਹ ਆਪਾਂ ਪਿਛਲੇ ਸਮੇਂ 'ਚ ਵੀ ਦੇਖਿਆ ਵੀ ਇਹ ਅਲਟੀਮੇਟਲੀ ਜਿੱਦਾਂ ਪੰਜਾਬੀਆਂ ਦੀ ਹੁੰਦੀ ਨਾ, ਐਂਡ ਜਾ ਕੇ ਉਹ ਪੈਗ ਤੇ ਗੱਲ ਖੜਨੀ ਆ, ਮੁੜ ਕੇ ਪਾਰਟੀਆਂ ਕਰ ਲੈਂਦੇ, ਉੱਥੇ ਸਿੰਗਰ ਸੱਦ ਲੈਂਦੇ, ਦੈਟਸ ਇਟ, ਹਨਾ। ਹੁਣ ਤੁਸੀਂ ਦੱਸੋ ਵੀ ਐਡਾ ਵੱਡਾ ਆਪਾਂ ਪਤਾ ਹੀ ਆ ਵੀ 80-90% ਬਿਜ਼ਨਸ ਪੰਜਾਬੀਆਂ ਦੇ ਆ, ਤੇ ਆਪਣੇ ਬੰਦਿਆਂ ਨੂੰ ਪਤਾ ਨਹੀਂ ਯਾਰ ਵੀ ਆਹ ਬਿੱਲ ਆ ਰਿਹਾ, ਜਿਹਦੇ ਮੁਤਾਬਕ ਤੁਸੀਂ ਜਿਹੜਾ ਮਰਜ਼ੀ ਚੋਰੀ ਕਰਕੇ ਚੱਲ ਜਾਏ, ਤੁਸੀਂ ਰੋਕ ਨਹੀਂ ਸਕਦੇ, ਹਨਾ। ਸੋ ਹੁਣ ਇਹ ਸਾਥ ਦੇਣਾ ਚਾਹੀਦਾ ਉਹਨਾਂ ਦਾ, ਪੂਰੀ ਕਮਿਊਨਿਟੀ ਨੂੰ ਖੜਾ ਹੋਣਾ ਚਾਹੀਦਾ ਹੈਗਾ, ਹਨਾ। ਤੇ ਨਹੀਂ ਤਾਂ ਫਿਰ ਇਹ ਉਹੀ ਗੱਲ ਹੋਣੀ ਆ, ਫਿਰ ਕੱਲੇ ਦੀ ਵਾਰੀ ਆਣੀ ਆ, ਤੇ ਚੁੱਪ ਕਰਕੇ ਫਿਰ ਆਪਣਾ ਸਟੋਰ ਬੰਦ ਕਰਨਾ ਪਊਗਾ ਲੋਕਾਂ ਨੂੰ। ਜੇ ਤੁਹਾਡੇ ਕਾਰੋਬਾਰ ਹੀ ਨਾ ਰਹੇ, ਜਿੱਥੋਂ ਤੁਹਾਨੂੰ ਆਮਦਨ ਆਉਂਦੀ ਹੈ, ਜੇ ਤੁਹਾਡੇ ਟਿਕਾਣ ਹੀ ਨਾ ਰਹੇ, ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦਾ ਕੀ ਕਰੋਗੇ? ਇਹ ਤਾਂ ਮੀਨਿੰਗਲੈਸ ਰਹਿ ਜਾਣਗੀਆਂ, ਇਹਨਾਂ ਦਾ ਤਾਂ ਕੋਈ ਮੈਨੂੰ ਨਹੀਂ ਬਣਨਾ। ਰਿੱਕੀ ਘੁੰਮਣ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ।
ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਜੀ, ਮੈਂ ਭਾਜੀ ਇਹ ਜਿਹੜੇ ਤੁਸੀਂ ਨੇ ਅੱਜ ਟੌਪਿਕ ਸ਼ੁਰੂ ਕਰਿਆ ਜੀ, ਮੈਂ ਇਹਦਾ ਵਿਕਟਮ ਆ ਜੀ। ਮੈਂ ਡਾਊਨਟਾਊਨ ਦੇ ਵਿੱਚ ਸੈਕਰਾਮੈਂਟੋ ਦੇ ਵਿੱਚ ਕੰਮ ਕਰਦਾ ਸੀ, ਜਿੱਥੇ ਕਿ ਮੱਖੀਆਂ ਵਾਂਗ ਪੁਲਿਸ ਫਿਰਦੀ ਹੈ ਦਿਨ ਦੇ ਵਿੱਚ। ਤੁਸੀਂ ਦੇਖ ਲਓ, ਰਾਤ ਨੂੰ ਦੇਖ ਲਓ। ਉੱਥੇ ਪਿਛਲੇ ਸਾਲ 7 ਵਜੇ ਸ਼ਾਮ ਨੂੰ ਆਇਆ ਬੰਦਾ, ਉਹਨੇ ਮੇਰੇ ਕੰਨ ਪੱਟੀ ਤੇ ਲਾਈ, ਗਨ ਲਾ ਦਿੱਤੀ। ਉਹ ਬਿਲਕੁਲ ਨੇੜੇ ਸਮਾਨ ਪਿਆ, ਉੱਥੇ ਮੈਂ ਕੈਸ਼ੀਅਰ ਖੜਾ, ਮਤਲਬ ਰਜਿਸਟਰ ਤੇ। ਉਹਨੇ, ਮੈਨੂੰ ਨਹੀਂ ਪਤਾ ਕਿ ਉਹਨੇ ਸਮਾਨ ਚੁੱਕਣ ਲੱਗਿਆ ਕਿ ਉਹਨੇ ਜੇਬ ਦੇ ਵਿੱਚੋਂ ਕੱਢ ਕੇ ਛੇਤੀ ਦੇਣੀ ਮੇਰੇ ਇੱਥੇ ਲਾ ਦਿੱਤੀ। ਮੰਨ ਲਓ ਕਿ ਮੇਰੇ ਕੋਲ ਗਨ ਵੀ ਹੁੰਦੀ, ਮੈਨੂੰ ਚੁੱਕਣ ਦਾ ਟਾਈਮ ਦਿੰਦਾ ਉਹ, ਜਾਂ ਮੈਨੂੰ ਕੱਢਣ ਦਾ ਦਿੰਦਾ। ਤੇ ਮੈਂ ਭਾਜੀ ਦੀ ਸਵੇਰੇ ਵੀ ਇੱਕ ਭਾਜੀ ਦੀ ਗੱਲ ਸੁਣ ਰਿਹਾ ਸੀ, ਉਹ ਕਹਿੰਦੇ ਸੀ ਵੀ ਸਾਡੇ ਬੰਦੇ ਡਰ ਜਾਂਦੇ ਨੇ। ਤੁਸੀਂ ਭਾਜੀ ਮੈਨੂੰ ਇਹ ਦੱਸੋ ਵੀ ਇੱਕ ਬੰਦੇ ਦੀ ਉਂਗਲ ਟ੍ਰਿਗਰ ਦੇ ਉੱਤੇ ਹੈ, ਇੱਕ ਬੰਦਾ ਕਿੱਦਾਂ ਮਤਲਬ ਉਹਨੂੰ ਡਿਫੈਂਡ ਕਰ ਲੂਗਾ। ਬਿਲਕੁਲ ਸਹੀ। ਤੇ ਫਿਰ ਉਸ ਤੋਂ ਬਾਅਦ ਚਲੋ ਜੀ, ਉਹ ਜੋ ਵੀ ਉਹਨੇ $1200 ਤੋਂ $1300 ਰਜਿਸਟਰ ਦੇ ਵਿੱਚ ਉਹ ਲੈ ਗਿਆ, 3-4 ਸਿਗਰਟਾਂ ਲੈ ਗਿਆ। ਮੈਂ ਨਾਲ ਦੀ ਨਾਲ ਹੀ ਪੁਲਿਸ ਨੂੰ ਫੋਨ ਕਰਿਆ, ਪੁਲਿਸ 5 ਮਿੰਟਾਂ ਦੇ ਵਿੱਚ ਚਲੋ ਆ ਗਈ ਜੀ। ਉਹ ਕਹਿੰਦੇ ਜੀ ਤੁਸੀਂ ਹੁਣ ਅਸੀਂ ਨਾ ਹੁਣੇ ਹੋਰ ਕਿਸੇ ਕਸਟਮਰ ਨੂੰ ਨਾ ਲਿਓ, ਅਸੀਂ ਨੇ ਫਿੰਗਰਪ੍ਰਿੰਟ ਲੈਣੇ ਆ, ਕਿਉਂਕਿ ਉਹਨੇ ਦਸਤਾਨੇ ਨਹੀਂ ਸੀ ਪਾਏ, ਵੀਡੀਓ ਦੇ ਵਿੱਚ ਦਿਖਿਆ। ਉਹਨਾਂ ਨੇ ਜੀ ਉਸ ਤੋਂ ਬਾਅਦ ਸਾਲ ਹੋ ਗਿਆ ਜੀ, ਉਸ ਤੋਂ ਬਾਅਦ ਕੋਈ ਅਪਡੇਟ ਨਹੀਂ ਆਈ ਕਦੇ ਵੀ। ਉਹ ਫਿੰਗਰਪ੍ਰਿੰਟ ਤੁਸੀਂ ਲਏ ਸੀ, ਉਹਦਾ ਕੁਝ ਬਣਿਆ ਕਿ ਨਹੀਂ ਬਣਿਆ, ਠੀਕ ਹੈ, ਤੇ ਕੁਛ ਨਹੀਂ, ਇਸ ਤਰ੍ਹਾਂ ਦੀ ਕੋਈ ਅਪਡੇਟ ਨਹੀਂ ਆਈ। ਤੇ ਪੁਲਿਸ ਵਾਲੇ ਇੱਥੇ ਡਾਊਨਟਾਊਨ ਦੇ ਵਿੱਚ ਇੰਨੇ ਜ਼ਿਆਦਾ ਹੋਮਲੈਸ ਆ ਕੇ ਖਰਾਬ ਕਰ, ਚੋਰੀ ਕਰਦੇ ਨੇ। ਤੇ ਪੁਲਿਸ ਵਾਲਿਆਂ ਦੇ ਜਦੋਂ ਕੋਈ ਜ਼ਿਆਦਾ ਰੌਲਾ ਪਾਉਂਦਾ, ਕੋਈ ਸਟੋਰ ਵਾਲਿਆਂ ਨੂੰ ਤੇ ਨਹੀਂ, ਨਾਲ ਦੇ ਜਦੋਂ ਕੋਈ ਗਵਾਂਢੀ ਫੋਨ ਕਰ ਦਿੰਦੇ ਨੇ ਵੀ ਸਾਡੇ ਇੱਥੇ ਏਦਾਂ ਰੌਲਾ ਪੈ ਰਿਹਾ, ਤੁਸੀਂ ਆਓ, ਕਿਉਂਕਿ ਉਹ ਚੀਕਾਂ ਮਾਰਨ ਲੱਗ ਜਾਂਦੇ ਨੇ। ਤੇ ਪੁਲਿਸ ਵਾਲੇ ਉਹਨਾਂ ਦੇ ਬਰੀਡੋ ਫਰੀ ਫਿਰਦੇ ਹੁੰਦੇ, ਲਓ ਜੀ ਇਹਨਾਂ ਨੂੰ ਗਰਮ ਕਰਕੇ ਦੇ ਦਿਓ, ਫਿਰ ਉਹ ਇੱਥੋਂ ਜਾਣਗੇ। ਹੁਣ ਦੱਸੋ ਜੀ, ਇੱਥੇ ਪੁਲਿਸ ਵਾਲੇ ਨਹੀਂ ਭਾਜੀ, ਇਹ ਆਪਣੀ ਕਮਿਊਨਿਟੀ ਦੇ ਵੀ ਜਿਹੜੇ ਇੱਥੇ ਦੇ ਜਵਾਕ ਜੰਮੇ ਹੋ ਨਾ, ਜਦੋਂ ਪਿਛਲੀ ਵਾਰੀ ਸਾਡੇ ਰੇਡੀਓ ਤੇ ਵੀ ਬਹੁਤ ਔਖੇ ਹੁੰਦੇ ਸੀ, ਬਲੈਕ ਲਾਈਵ ਮੈਟਰਸ ਵਾਲਿਆਂ ਨੇ ਜਦੋਂ ਅੱਗਾਂ ਲਾਈਆਂ ਸੀ ਹਨਾ, ਉਸ ਟਾਈਮ ਦੇ ਉੱਤੇ ਵੀ ਉਹ ਬੜੇ ਹੱਕ ਦੇ ਵਿੱਚ ਉਹਨੀ ਮੁਜ਼ਾਹਰੇ ਕੱਢੇ ਸੀ, ਆਪਣੇ ਨਿਆਣੇ ਜਿਹੜੇ ਇੱਥੇ ਦੇ ਬੋਰਨ ਆ, ਵੀ ਨਹੀਂ ਜੀ ਉਹਨਾਂ ਦੇ ਨਾਲ ਧੱਕਾ ਹੁੰਦਾ। ਤੇ ਹੁਣ ਤੁਸੀਂ ਦੇਖ ਲਓ ਵੀ ਹੁਣ ਕਿਸੇ ਦੀ ਸਟੇਟਮੈਂਟ ਨਹੀਂ ਆਣੀ ਵੀ ਭਾਈ ਅਗਲੇ ਦਾ ਸਟੋਰ 5 ਦਿਨਾਂ ਤੋਂ ਲਗਾਤਾਰ ਲੁੱਟ ਹੋ ਰਿਹਾ ਸੀ, ਤੇ ਉਹ ਅਲਟੀਮੇਟਲੀ ਕਰਦੇ ਕੀ, ਠੀਕ ਹੈ ਕਿ ਨਹੀਂ ਜੀ। ਤੇ ਇਹ ਵੀ ਬਹੁਤ ਮਾੜੀ ਗੱਲ ਆ, ਜਿਹੜੇ ਚੱਕ ਕੇ ਬਾਲਟੀ ਲੈ ਜਾਂਦੇ ਆ ਆਪਾਂ ਹਰ ਜਗ੍ਹਾ, ਫਿਰ ਲੰਗਰ ਲੈ ਜਾਂਦੇ, ਉੱਥੇ ਉਹਨਾਂ ਨੂੰ ਉਹੀ ਜਾ ਕੇ ਤੁਹਾਨੂੰ ਮਾਰਦੇ ਆ, ਉਹੀ ਲੁੱਟਦੇ ਹੈਗੇ ਆ। ਸੋ ਹੁਣ ਫੇਸਬੁੱਕ ਤੇ ਵੀ ਸਾਡੇ ਕਾਫੀ ਕਮੈਂਟ ਪਾ ਰਹੇ, ਇੱਕ ਭਾਈ ਸਾਹਿਬ ਕਹਿੰਦੇ ਵੀ ਸਿਕਿਉਰਿਟੀ ਗਾਰਡ ਹਾਇਰ ਕਰੋ। ਹੁਣ ਤੁਸੀਂ ਦੇਖੋ ਵੀ ਆਹ ਵੱਡੇ ਜਿੰਨੇ ਸਟੋਰ ਆ ਸੈਨ ਫਰਾਂਸਿਸਕੋ ਚ 70% ਵਾਲਗ੍ਰੀਨ CVS ਸਟੋਰ ਬੰਦ ਹੋ ਗਿਆ। ਉਹਨਾਂ ਨੇ ਗੰਨਾਂ ਵਾਲੇ ਸਿਕਿਉਰਿਟੀ ਗਾਰਡ ਰੱਖੇ ਹੋ ਸੀ, ਉਹ ਕਹਿੰਦੇ ਸਿਕਿਉਰਿਟੀ ਗਾਰਡ ਕਹਿ ਹੀ ਨਹੀਂ ਸਕਦਾ ਕੁਝ ਵੀ, ਤੇ ਕਰੂਗੇ ਕੀ, ਠੀਕ ਹੈ ਕਿ ਨਹੀਂ। ਜੇ ਹੁਣ ਦਿੱਲੀ ਇਦਾਂ ਦੇ ਆਣੇ ਵੀ ਜੇ ਤੁਸੀਂ ਕਹਿ ਨਹੀਂ ਸਕਦੇ, ਤਾਂ ਫਿਰ ਸਿਕਿਉਰਿਟੀ ਗਾਰਡ ਵੀ ਵਿਚਾਰਾ ਕੀ ਕਰੂਗਾ। ਜੀ ਕਨਵਰੋਲ ਕਹਿ ਰਹੇ ਕਿ ਇੱਕ ਦਿਨ ਦੀ ਸਟ੍ਰਾਈਕ ਕਰਨੀ ਚਾਹੀਦੀ ਹੈ ਸਾਰੇ ਹੀ ਸਟੋਰਸ ਨੂੰ, ਜਿੰਨੇ ਵੀ ਹੈਗੇ ਨੇ, ਤੇ ਇਸ ਦੇ ਨਾਲ ਛੋਟੇ ਚੀਫ ਫਰੈਂਚਾਈਜ਼ ਟੈਕਸ ਬੋਰਡ ਦਾ ਉਹਨੂੰ ਵੀ ਮਿਲਣਾ ਚਾਹੀਦਾ ਹੈ। ਤੇ ਛੋਟੇ ਕਾਰੋਬਾਰਾਂ ਦਾ ਕਸੂਰ ਕੀ ਹੈ ਹਰਜੋਤ ਜੀ? ਉਹ ਇੰਪਲੋਇਮੈਂਟ ਜਨਰੇਟ ਕਰਦੇ ਨੇ, ਉਹ ਟੈਕਸ ਪੇ ਕਰਦੇ ਨੇ, ਤੇ ਜੇ ਉਹਨਾਂ ਨੇ ਇਹ ਸਾਰਾ ਕੁਝ ਕਰਾ ਕੇ ਲੁੱਟ ਦੇ ਸ਼ਿਕਾਰ ਹੋਣਾ ਵਾ, ਤੇ ਉਹਦੇ ਬਦਲੇ ਚ ਆਵਾਜ਼ ਵੀ ਨਹੀਂ ਚੱਕ ਸਕਦੇ, ਇਹ ਤਾਂ ਸਰਾਸਰ ਜਿਹੜੀ ਧੱਕੇਸ਼ਾਹੀ ਹੈ। ਸੋ ਐਵਰੇਜ ਮੈਂ ਪ੍ਰਵੀਨ ਜੀ ਦੱਸਦਾ ਵੀ ਐਵਰੇਜ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਲਿਕਰ ਸਟੋਰ ਆ ਜਾਂ 7-Eleven ਆ, ਉਹ ਘੱਟੋ ਘੱਟ $10,000 ਜਿਹੜਾ ਆ ਸੇਲਸ ਟੈਕਸ ਦਿੰਦਾ ਆ ਫਰੈਂਚਾਈਜ਼ ਟੈਕਸ ਬੋਰਡ ਨੂੰ, ਘੱਟੋ ਘੱਟ। ਬਾਕੀ ਜਿਹੜੇ ਗੈਸ ਸਟੇਸ਼ਨ ਆ ਉਹਨਾਂ ਦੀ ਸੇਲ ਵਾਲੇ ਐਵਰੇਜ ਮੈਂ ਦੱਸ ਰਿਹਾ, ਕਿਉਂਕਿ ਆਮ 70-80 ਜਾਂ ਲੱਖ ਡਾਲਰ ਸੇਲ ਹੈਗੀ ਆ ਸਟੋਰਾਂ ਦੀ। ਸੋ ਇਹਨਾਂ ਪੈਸਿਆਂ ਨਾਲ ਹੀ ਤਾਂ ਉਹਨਾਂ ਦੀ ਸਾਰੀ ਤਨਖਾਹ, ਸਾਰਾ ਕੁਝ ਪੋਲੀਟੀਸ਼ੀਅਨਾਂ ਦਾ ਵੀ ਚੱਲਦਾ ਹੈਗਾ। ਬਿਲਕੁਲ ਜੀ। ਸੋਨੀ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸੋਨੀ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਵੀ ਜੀ ਸਟੋਰਾਂ ਹਟਾਉਣ ਦਾ ਕੰਮ ਕੀਤਾ ਪਹਿਲਾਂ, ਪਰ ਕਹਿੰਦਾ ਕੀ ਚੱਕਰ ਹੋ ਜਾਂਦਾ, ਇਹ ਮਾਲਕਾਂ ਨੂੰ ਵੀ ਇਕੱਠੇ ਹੋਣਾ ਪੈਣਾ, ਤੇ ਮਾਲਕਾਂ ਨੂੰ ਅੰਪਲਾਈਆਂ ਦੇ ਮਗਰ ਵੀ ਖੜਨਾ ਪੈਣਾ। ਕੀ ਗੱਲ, ਕਈ ਵਾਰ ਅੰਪਲਾਈ ਵਿਚਾਰੇ ਦੇ ਕੁੱਟ ਪੈ ਜਾਂਦੀ ਆ, ਤੇ ਮਾਲਕ ਵੀਡੀਓ ਨਹੀਂ ਦਿੰਦੇ, ਤੇ ਕਈ ਵਾਰ ਅਗਲੇ ਦੀ ਗੱਡੀ ਭੰਨ ਜਾਂਦਾ, ਅਗਲੇ ਵੀਡੀਓ ਨਹੀਂ ਦਿੰਦੇ। ਸਾਨਾ ਹੋ ਚੁੱਕਿਆ ਕਈ ਵਾਰ, ਅਗਲਾ ਵੀਡੀਓ ਨਹੀਂ ਦਿੰਦਾ, ਅਗਲਾ ਵਿਚਾਰਾ ਹੁਣ ਕਿਹਨੂੰ ਕਲੇਮ ਕਰੇ। ਅਗਲਾ ਮੁੰਡਾ ਸਗਾ ਸਾਡੇ ਨਾਲ ਕੰਮ ਕਰਦਾ, ਉਹਨੂੰ ਵਿਚਾਰੇ ਨੂੰ ਕੁੱਟਿਆ ਮਾਲਕ ਨੇ, ਨਾ ਪੁਲਿਸ ਨੂੰ ਕਿਸੇ ਨੂੰ ਕਾਲ ਕੀਤੀ, ਨਾ ਵਾਸਤਾ, ਨਾ ਲੈਣਾ ਨਾ ਦੇਣਾ। ਉਹਦੇ ਨਾਲ ਵਿਚਾਰੇ ਨਾਲ ਬਹੁਤ ਮਾੜੀ ਹੋਈ ਬੰਦੇ ਦੇ ਨਾਲ, ਹਨਾ। ਫਿਰ ਅੰਪਲਾਈ ਵਿਚਾਰਾ ਵੀ ਕੀ ਕਰੂਗਾ? ਅੰਪਲਾਈ ਨੇ ਵੀ ਤੁਹਾਡੇ ਨਾਲ ਤਾਂ ਹੀ ਕਰਨਾ ਜੇ ਤੁਸੀਂ ਅੰਪਲਾਈ ਦੇ ਨਾਲ ਖੜੇ ਹੋਗੇ। ਇਹ ਸਾਰੀ ਏਕੇ ਦੀ ਘਾਟ ਹੈ, ਜਿੰਨੇ ਆਪਣੇ ਚਿਹਰੇ ਬੰਦਿਆਂ ਦੇ ਏਕਾ ਨਹੀਂ ਹੁੰਦਾ, ਉਹਨਾਂ ਚਿਹਰੇ ਏਦਾਂ ਹੀ ਇਹਨਾਂ ਨੇ ਬਿਜ਼ਨਸਮੈਨਾਂ ਨੇ ਵੀ ਛੱਤਰ ਖਾਣੇ, ਤੇ ਜਿਹੜੇ ਅੰਪਲਾਈ ਹੋਣੇ ਉਹਨਾਂ ਦੇ ਵੀ ਛੱਤਰੇ ਪੈਣੇ, ਫਿਰ ਤੋਂ ਲਿਖਾ ਕੇ ਭਾਵੇਂ ਲੈ ਲਵੋ। ਠੀਕ ਹੈ, ਇਹ ਗੱਲ ਧੰਨਵਾਦ ਜੀ। ਸੋ ਬਿਲਕੁਲ ਆਪਾਂ ਪੰਜਾਬੀ ਰੇਡੀਓ USA ਵੱਲੋਂ ਇਹ ਨਹੀਂ ਕਹਿ ਰਿਹਾ ਵੀ ਕਿਸੇ ਨਾਲ ਤੁਸੀਂ ਫਸਣਾ ਆ, ਲੜਨਾ ਆ, ਹਨਾ। ਆਪਾਂ ਨੂੰ ਇਹ ਆ ਵੀ ਤੁਸੀਂ ਜਿਹੜੇ ਮਾਲਕ ਵੀ ਆ, ਓਨਰਸ ਵੀ ਆ, ਜਾਂ EMPLOYEES ਵੀ ਆ, ਹਨਾ, ਮੋਸਟਲੀ ਰਿਸ਼ਤੇਦਾਰ, ਦੋਸਤ ਮਿੱਤਰ ਸਾਰੇ ਹੁੰਦੇ ਆ। ਆਪਾਂ ਛੋਟੀ ਜਿਹੀ ਤਾਂ ਕਮਿਊਨਿਟੀ ਆ, ਤੇ ਸਾਨੂੰ ਰਲ ਕੇ ਜੋ ਲਾਅ ਬਣ ਰਹੇ ਆ ਨਾ, ਉਹਨਾਂ ਦੇ ਅਗੇਂਸਟ ਖੜਨਾ ਚਾਹੀਦਾ, ਤੇ ਤਾਂ ਕਿ ਗਵਰਨਮੈਂਟ ਨੂੰ ਪਤਾ ਤਾਂ ਲੱਗੇ ਭਾਈ ਜਿਨ੍ਹਾਂ ਦੇ ਬਿਜ਼ਨਸ ਆ ਇੰਨੇ ਟੈਕਸ ਆਉਂਦੇ ਆ,
ਅਸੀਂ ਉਹਨਾਂ ਲਈ ਕੀ ਕਰ ਰਹੇ ਆ, ਹਨਾ। ਉਹ ਵਿਚਾਰੇ ਕੁੱਟ ਵੀ ਖਾ ਰਹੇ ਆ, ਕੰਮ ਵੀ 18 ਘੰਟੇ ਕਰ ਰਹੇ ਆ, ਹਨਾ। ਤੇ ਆਪਾਂ ਅਮਰੀਕਾ ਵਰਗੀ ਸੁਪਰ ਪਾਵਰ ਕੰਟਰੀ 'ਚ ਰਹਿੰਦੇ ਆ, ਠੀਕ ਹੈ ਕਿ ਨਹੀਂ? ਜੀ ਸੁਖਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਸੁਖਵਿੰਦਰ ਜੀ, ਤੁਸੀਂ ਆਉਣੇ ਰਹੋ। ਹਾਂਜੀ, ਮੈਂ ਬੇਨਤੀ ਕਰਨੀ ਚਾਹੁੰਦਾ ਸੀ, ਜਿਹੜਾ ਇਹ ਇਸ਼ੂ ਹੋਇਆ ਜਾਂ ਇੰਸੀਡੈਂਟ ਹੋਇਆ, ਇਹ ਬੜਾ ਮੰਦਭਾਗਾ ਹੈ। ਲੇਕਿਨ ਸਾਡੇ ਜਿੰਨੇ ਵੀ ਦੋ ਪੰਜਾਬੀ ਵੀਰਾਂ ਨੇ ਆਪਣਾ ਕਰਜ ਜਾਂ ਹੌਸਲਾ ਦਿਖਾ ਕੇ ਆਪਣੇ ਆਪ ਨੂੰ ਡਿਫੈਂਸ ਕੀਤਾ ਹੈਗਾ, ਉਹਦੀ ਆਪਾਂ ਨੂੰ ਜਿੰਨੀ ਕਿ ਪ੍ਰੋਟੈਕਟ ਕਰਨੀ ਚਾਹੀਦੀ ਹੈ ਥੋੜੀ ਹੈ, ਔਰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ। ਦੇਖੋ, ਇਹ ਆਪਣਾ ਮੋਰਲ ਰਾਈਟ ਹੈਗਾ। ਸਾਡੇ ਡਿਫੈਂਸ ਕਾਉਂਸਲ ਇੰਨੇ ਬੈਠੇ ਹੈਗੇ ਨੇ, ਛੋਟੀਆਂ ਗੱਲਾਂ ਤੇ ਪਟੀਸ਼ਨਾਂ ਪਾਉਂਦੇ ਨੇ, ਉਹ ਹਰ ਇੱਕ ਬੰਦੇ ਨੂੰ ਇਨਕਰੇਜ ਕਰਦੇ ਨੇ, ਐ ਕਰਨਾ ਚਾਹੀਦਾ। ਆਪਾਂ ਨੂੰ ਸਾਰਿਆਂ ਨੂੰ ਰਲ ਕੇ ਇਸ ਦੇ ਵਿੱਚ ਲਾ ਦੇ ਵਿੱਚ ਅਮੈਂਡਮੈਂਟ ਵਾਸਤੇ ਔਰ ਸੈਲਫ ਡਿਫੈਂਸ ਕਾਉਂਸਲ ਨੂੰ ਅਪਰੂਵ ਕਰਵਾ ਕੇ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਚਾਹੀਦਾ। ਦੇਖੋ, ਮੇਰੀ ਗੱਲ ਨਹੀਂ ਤਾਂ ਹਰ ਇੱਕ ਬੰਦਾ ਤੁਹਾਨੂੰ ਘਰ ਵੀ ਨਹੀਂ ਬੈਠਣ ਦੇਵੇਗਾ ਜੀ, ਜੇ ਇਦਾਂ ਦੀ ਸਟੇਜ ਆ ਗਈ ਤਾਂ। ਜੀ ਬਿਲਕੁਲ, ਧੰਨਵਾਦ। ਤੁਸੀਂ ਹੁਣ ਦੇਖੋ ਵੀ ਹੁਣ ਇਹ ਜਿਹੜੀਆਂ ਸਟੇਟਮੈਂਟਾਂ ਟੀਵੀ ਰਾਹੀਂ ਜਾਂ ਨਿਊਜ਼ਪੇਪਰ ਰਾਹੀਂ ਆ ਰਹੀਆਂ ਵੀ ਡਿਸਟ੍ਰਿਕਟ ਅਟਾਰਨੀ ਐਕਸ਼ਨ ਲਊਗਾ, ਇਨਵੈਸਟੀਗੇਸ਼ਨ ਕਰ ਰਹੇ ਹੈਗੇ। ਸੋ ਸਾਡਾ ਸ਼ੋਅ ਕਰਨ ਦਾ ਮਤਲਬ ਇਹ ਹੀ ਸੀ ਵੀ ਜੇ ਆਪਣੇ ਪੰਜਾਬੀ ਭਰਾਵਾਂ ਦੇ ਨਾਲ ਇਦਾਂ ਉਹਨਾਂ ਤੇ ਕੋਈ ਐਕਸ਼ਨ ਆਉਂਦਾ ਆ ਤੇ ਪੂਰੇ ਜਿਹੜੇ ਬਿਜ਼ਨਸ ਓਨਰਸ ਆ, ਪੂਰੀ ਕਮਿਊਨਿਟੀ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ। ਇਹ ਮੈਂ ਪੰਜਾਬੀਆਂ ਦੀ ਗੱਲ ਕਰਦਾ। ਜੇ ਤੁਸੀਂ ਗੋਰਿਆਂ ਦੇ ਕਮੈਂਟ ਪੜ੍ਹ ਕੇ ਦੇਖੋ ਨਾ, ਜਿਹੜੇ ਫੌਕਸ ਦੇ, CVS ਦੇ, TMZ, ਜਿੰਨੇ ਵੀ ਤੁਸੀਂ ਅੱਜ 7-11 ਸਟਾਕਟਨ ਪਾ ਕੇ ਦੇਖ ਲਓ ਵੀ ਘੱਟੋ ਘੱਟ 3-4 ਪੇਜ ਉਹ ਐਨ ਹੈਡਲਾਈਨ ਭਰੇ ਪਏ ਆ। ਉਹ ਸਾਰੇ ਕਹਿੰਦੇ ਵੀ ਬਹੁਤ ਵਧੀਆ ਕੀਤਾ, ਛਿੱਤਰ ਏਦਾਂ ਹੀ ਮਾਰਨੇ ਚਾਹੀਦੇ ਸੀ। ਜੇ ਮੁੰਡਿਆਂ ਦੇ ਉੱਤੇ ਕੋਈ ਕੇਸ ਹੁੰਦਾ, ਗੋ ਫੰਡ ਵੀ ਰੱਖੋ। ਜੇ ਇਹਨਾਂ ਨੂੰ ਕੋਈ ਲੀਗਲ ਹੈਲਪ ਦੀ ਜ਼ਰੂਰਤ ਆ, ਉਹਨਾਂ ਦੀ ਲੀਗਲ ਹੈਲਪ ਕਰੋ। ਵੀ ਇਹ ਬਹੁਤ ਜ਼ਿਆਦਾ ਮੈਸਅਪ ਕਰ ਦਿੱਤਾ ਗਿਆ ਹੈ ਕੈਲੀਫੋਰਨੀਆ ਨੂੰ। ਸੋ ਸਾਡਾ ਸ਼ੋਅ ਕਰਨ ਦਾ ਮਤਲਬ ਇਹੀ ਆ ਵੀ ਜੇ ਕੱਲ ਨੂੰ ਉਹਨਾਂ ਦੇ ਉੱਤੇ ਕੁਝ ਹੁੰਦਾ, ਚਾਹੇ ਕੋਈ ਸਟੋਰ ਦਾ ਮਾਲਕ ਆ ਜਾਂ ਕੰਮ ਕਰਨ ਵਾਲੇ ਆ, ਉਹਨਾਂ ਦਾ ਸਾਥ ਦੇਣਾ ਚਾਹੀਦਾ। ਵੀ ਭਾਈ 4 ਦਿਨਾਂ ਤੋਂ ਲਗਾਤਾਰ ਬੰਦਾ ਲੁੱਟਣ ਆ ਰਿਹਾ ਸੀ ਤੇ ਜਿੱਦਣ ਉਹਦੇ ਛਿੱਤਰ ਮਾਰੇ ਆ, ਮੁੜ ਕੇ ਰਾਤ ਨੂੰ ਫੇਰ ਉਹ ਆਇਆ, ਕਹਿੰਦੇ ਇੱਕ ਹੋਰ ਬੰਦੇ ਨੂੰ ਲੈ ਕੇ, ਫੇਰ ਉਹਨੂੰ ਪੁਲਿਸ ਵਾਲਿਆਂ ਨੇ ਅਰੈਸਟ ਕੀਤਾ, ਹੁਣ ਫੇਰ ਛੱਡ ਦਿੱਤਾ ਹੋਣਾ, ਹਨਾ। ਜੀ ਓਂਕਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਓਂਕਾਰ ਸਿੰਘ ਜੀ, ਤੁਸੀਂ ਆਉਣੇ ਰਹੋ। ਹੈਲੋ, ਸਤਿ ਸ਼੍ਰੀ ਅਕਾਲ ਖਾਲਸਾ, ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਭਾਈ। ਮੈਂ ਸਵੇਰੇ ਕਾਲ ਕੀਤੀ ਸੀ ਤਾਂ ਮਤਲਬ ਇੱਕ ਕੋਈ ਸਮਾਂ ਸੀਗਾ ਭਾਜੀ, ਫਰਿੱਜ ਨਾਲ ਕਿਸੇ ਟਾਈਮ ਬਹੁਤ ਜ਼ਿਆਦਾ ਕ੍ਰਾਈਮ ਵੱਧ ਗਿਆ ਸੀਗਾ। ਮੈਨੂੰ ਯਾਦ ਆ, ਮੈਂ ਉਦੋਂ ਨਵਾਂ ਹੀ ਆਇਆ ਸੀ, 96-97 ਦੀ ਗੱਲ, ਤੇ JP ਸੇਠੀ ਸਾਹਿਬ ਹੁੰਦੇ ਸੀ। ਮੇਰੇ ਹਿਸਾਬ ਨਾਲ ਉਹਨਾਂ ਨੇ ਨਾ ਇਕੱਠ ਕੀਤਾ ਸੀ ਇੱਥੇ ਫਰੀਨੋ ਦੇ ਵਿੱਚ। ਮੈਂ ਕਿਹਾ ਖਰੇ ਡਿਸਟ੍ਰਿਕਟ ਅਟਾਰਨੀ ਨੂੰ ਮਿਲੇ ਸੀਗੇ ਵੀ ਫਰੀਨੋ ਦੇ ਵਿੱਚ ਬਹੁਤ ਜ਼ਿਆਦਾ ਕ੍ਰਾਈਮ ਵੱਧ ਗਿਆ ਸੀਗਾ। ਤਾਂ ਮੁੜ ਕੇ ਜੀ ਭਾਜੀ ਪੁਲਿਸ ਨੇ ਇਦਾਂ ਦੀ ਨੱਥ ਪਾਈ ਸੀ ਕਿ ਫਰੀਨੋ ਨੂੰ ਇੱਕ ਵਾਰੀ ਸਾਫ਼ ਕਰ ਦਿੱਤਾ ਸੀਗਾ। ਮੇਰਾ ਸੁਝਾਅ ਇਹ ਆ ਕਿ ਆਪਾਂ ਨੂੰ ਜਿੰਨੇ ਬਿਜ਼ਨਸ ਵਾਲੇ ਆਪਣੀ ਆਪਣੀ ਸਿਟੀ ਦੇ ਵਿੱਚ ਆਪਾਂ ਇਕੱਠ ਕਰਨ, ਉਹ ਡਿਸਟ੍ਰਿਕਟ ਅਟਾਰਨੀ ਨੂੰ ਜਾ ਕੇ ਜਿਹੜਾ ਵੀ ਉੱਥੇ ਲਾ ਮੇਕਰ, ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਉਹਨਾਂ ਨੂੰ ਕਹਿਣਾ ਚਾਹੀਦਾ ਸਾਡਾ ਕੀ ਕਸੂਰ ਆ, ਮਤਲਬ ਹੈ ਨਾ। ਇਹ ਕਰਨਾ ਭਾਜੀ ਪੁਲਿਸ ਨੇ ਹੀ ਆ। ਇਹ ਜੇ ਆਪਾਂ ਕਹੋ ਨਾ ਵੀ ਆਪਾਂ ਗੰਨਾ ਲੈ ਕੇ ਸਟੋਰਾਂ ਦੇ ਖੜ ਜਾਈਏ, ਇਹਨਾਂ ਲੋਕਾਂ ਦਾ ਕੁਝ ਨਹੀਂ ਜਾਂਦਾ। ਆਪਣੇ ਨਿਆਣੇ ਖੜੇ ਹੁੰਦੇ ਆ, ਕੋਈ ਕਿਸੇ ਦਾ ਭਰਾ ਖੜਾ, ਕਿਸੇ ਦਾ ਪੁੱਤ ਖੜਾ ਭਾਜੀ। ਹੁਣ ਆਪਣੀ ਕਿਹੜੀ ਮਾਂ ਕਹਿ ਨੂੰ ਆਪਣੇ ਪੁੱਤ ਜਾ ਕੇ ਤੂੰ ਗੰਨਾ ਲੈ ਕੇ ਸਟੋਰ ਦੇ ਉੱਤੇ ਖੜ ਜਾ, ਹੈਨਾ। ਤੇ ਇਹ ਭਾਜੀ ਇਹ ਗੱਲ ਏਦਾਂ ਹੀ ਹੋਣੀ ਆ ਕਿ ਆਪਾਂ ਨੂੰ ਇਕੱਠ ਕਰਨਾ ਪੈਣਾ ਆ, ਆਪਣੀ ਸਿਟੀ ਦੇ ਵਿੱਚ ਕਰੋ ਤੇ ਉੱਥੋਂ ਪਤਾ ਲੱਗੇ ਵੀ ਗਾਂ ਫਿਰ ਇਹਨਾਂ ਨੂੰ ਜਿਹੜੇ ਲਾ ਮੇਕਰ ਉਹਨਾਂ ਨੂੰ ਪਤਾ ਲੱਗੇ, ਤੇ ਜਿਹੜੇ ਡਿਸਟ੍ਰਿਕਟ ਅਟਾਰਨੀ ਵਗੈਰਾ ਇਹ ਕੰਮ ਭਾਜੀ ਯੂਨਾਈਟਿਡ ਹੋ ਕੇ ਹੋਣਾ ਜੀ। ਇਹ ਗੰਨਾ ਗੁੰਨਾ ਚੱਕ ਕੇ ਨਹੀਂ ਭਾਜੀ ਮੇਰੇ ਹਿਸਾਬ ਨਾਲ ਹੋਣਾ, ਇਹ ਆਪਾਂ ਨੂੰ ਇਕੱਠੇ ਹੋਣਾ ਪੈਣਾ ਜੀ। ਜੀ ਬਿਲਕੁਲ। ਮੈਂ ਇਸੇ ਕਰਕੇ ਹਮੇਸ਼ਾ ਹੀ ਪਿਛਲੇ 12-13 ਸਾਲਾਂ ਤੋਂ ਜਦੋਂ ਤੋਂ ਹੀ ਆਪਾਂ ਰੇਡੀਓ ਚੱਲਿਆ, ਉਤੋਂ ਹਮੇਸ਼ਾ ਕਹਿੰਦਾ ਹੁੰਦਾ ਵੀ ਜਿਹੜੇ ਟਾਊਨ 'ਚ ਰਹਿੰਦੇ ਆ, ਆਪਣੇ ਸਿਟੀ ਪੁਲਿਸ ਨਾਲ ਵਧੀਆ ਰਿਲੇਸ਼ਨ ਰੱਖੋ। ਉਹਨਾਂ ਨੂੰ ਕਿਤੇ ਲੰਚ ਲੈ ਗਏ, ਚਾਹ ਲੈ ਗਏ, ਫਾਇਰ ਦੀ ਜਿਹੜੀ ਡਿਪਾਰਟਮੈਂਟ ਹੁੰਦੀ ਆ ਤੁਹਾਡੇ ਲੋਕਲ ਏਰੀਏ ਹੁੰਦੀ ਆ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਨਹੀਂ ਯਾਰ ਇਹ ਸਾਡੇ ਵਰਗੇ ਹੀ ਆ, ਸਾਡਾ ਸਾਥ ਦਿੰਦੇ ਹੈਗੇ ਆ। ਪਤਾ ਉਹਨਾਂ ਨੂੰ ਵੀ ਆ, ਪੁਲਿਸ ਵਾਲਿਆਂ ਨੂੰ, ਵੀ ਆਪਾਂ ਮਿਹਨਤ ਬਹੁਤ ਕਰਦੇ ਆ, ਪੰਜਾਬੀ ਸਾਰੇ ਹਾਰਡ ਵਰਕਰ ਹੈਗੇ ਆ, ਪਰ ਉਹਨਾਂ ਵਿਚਾਰਿਆਂ ਦੇ ਇੰਨੇ ਹੱਥ ਬੰਨੇ ਹੋਏ ਆ, ਉਹ ਕਰ ਨਹੀਂ ਕੁਛ ਸਕਦੇ ਹੈਗੇ, ਹਨਾ। ਤੇ ਇਹ ਜਿਹੜਾ ਆ ਨਾ, ਜਿਸ ਤਰ੍ਹਾਂ ਭਾਜੀ ਪਹਿਲਾਂ ਕਹਿ ਕੇ ਗਏ ਆ, ਸਾਰੇ ਇਕੱਠੇ ਹੋ ਕੇ, ਜੇ ਹੁਣ ਇੱਕ ਸਟੋਰ ਵਾਲੇ ਨਾਲ ਇਦਾਂ ਹੁੰਦਾ, ਸਾਰੇ ਇਕੱਠੇ ਹੋ ਜਾਣ, ਉਹਨਾਂ ਨੂੰ ਪਤਾ ਲੱਗ ਜਾਏ ਪੂਰੀ ਕਮਿਊਨਿਟੀ ਖੜੀ ਆ, ਪੂਰੇ ਬਿਜ਼ਨਸ ਓਨਰ ਖੜੇ ਹੈਗੇ ਆ, ਫਿਰ ਦੂਜੀ ਜਗ੍ਹਾ ਇਦਾਂ ਦਾ ਜਿਹੜਾ ਆ ਕਿਸੇ ਦਾ ਹਿਆ ਨਹੀਂ ਪਊਗਾ ਗਲਤ ਸਟੈਪ ਚੱਕਣ ਦਾ। ਜੀ ਦੇਖੋ, ਵੀਡੀਓ ਤਾਂ ਸਾਰਿਆਂ ਨੂੰ ਸ਼ੇਅਰ ਕਰਤੀ, ਵੀਡੀਓ ਵੇਖੀ ਵੀ ਸਾਰਿਆਂ ਨੇ। ਵੀਡੀਓ ਵੇਖਣ ਵੇਲੇ ਤਾਂ ਆਪਾਂ ਕਹਿ ਦਿੰਦੇ ਬਹੁਤ ਚੰਗਾ ਕੀਤਾ, ਬਹੁਤ ਚੰਗਾ ਕੀਤਾ, ਪਰ ਬਾਅਦ ਦੇ ਵਿੱਚ ਜਦੋਂ ਬੰਦੇ ਨੂੰ ਕਾਨੂੰਨੀ ਉਲਝਣਾਂ ਪੈਂਦੀਆਂ, ਇੱਕ ਹਾਲਤ ਨੂੰ ਬਾਹਰ ਖੜ ਕੇ ਵੇਖਣਾ ਤੇ ਉਸ ਹਾਲਤ ਦੇ ਵਿੱਚੋਂ ਲੰਘਣਾ, ਬਹੁਤ ਦੋ ਡਿਫਰੈਂਟ ਚੀਜ਼ਾਂ ਨੇ। ਸੋ ਠੀਕ ਆ, ਉਹਨਾਂ ਨੇ ਜੋ ਅੱਕਿਆਂ ਨੇ ਹੋਰ ਕਰਦੇ ਕੀ, ਉਹ ਅੱਕਿਆਂ ਨੇ ਕੀਤਾ ਜੋ ਵੀ ਕੀਤਾ, ਪਰ ਅਸਲ ਦੇ ਵਿੱਚ ਆਪਾਂ ਕਈ ਵਾਰੀ ਪੁਲਿਸ ਫੋਰਸਿਸ ਨੂੰ ਕਹਿ ਦਿੰਦੇ ਆ, ਪਰ ਅਸਲ ਦੇ ਵਿੱਚ ਸਾਰੀ ਜਿਹੜੀ ਸਿਚੁਏਸ਼ਨ ਆ, ਸਾਰੀ ਜਿਹੜੀ ਹਾਲਾਤ ਆ, ਜਿਹੜੀ ਸਥਿਤੀ ਆ,
ਉਹ ਇਹਨਾਂ ਕਰਕੇ ਕਿਉਂਕਿ ਕਾਨੂੰਨਾਂ ਦੇ ਵਿੱਚ ਢਿੱਲ ਮੱਠ ਬਹੁਤ ਆ। ਸੈਨ ਫਰਾਂਸਿਸਕੋ ਸ਼ਹਿਰ ਦੇ ਬਾਰੇ ਆਪਾਂ ਹਰ ਰੋਜ਼ ਅਪਡੇਟ ਕੈਲੀਫੋਰਨੀਆ ਦੇ ਵਿੱਚ ਕੋਈ ਨਾ ਕੋਈ ਖਬਰ ਸਾਂਝੀ ਕਰਦੇ ਹਾਂ ਕਿ ਉੱਥੋਂ ਬਿਜ਼ਨਸ ਮੂਵ ਹੋ ਗਏ, ਉੱਥੋਂ ਆਹ ਮੂਵ ਹੋ ਗਿਆ, ਉੱਥੋਂ ਦਾ ਰੈਵਨਿਊ ਘਟ ਗਿਆ। ਉਹ ਕਾਹਦੇ ਕਰਕੇ ਆ? ਕਿਉਂਕਿ 950 ਤੱਕ ਡਾਲਰ ਤੱਕ ਪੁਲਿਸ ਚੋਰੀ ਨਹੀਂ ਮੰਨਦੀ। ਕੋਈ ਬੰਦਾ ਕਰੂਗਾ ਕਿ ਉੱਥੇ ਕਾਰੋਬਾਰ ਕਰਕੇ ਲੋਕ ਕਰਨਗੇ ਕੀ? ਸੋ ਇਹ ਜਿਹੜੇ ਛੋਟੇ ਕਾਰੋਬਾਰੀ ਆ ਇਹ ਇੰਪਲੋਇਮੈਂਟ ਜਨਰੇਟਰ ਨੇ। ਇਹ ਲੋਕਾਂ ਤੋਂ ਥੋੜ੍ਹਾ ਬਹੁਤ ਕਾਰੋਬਾਰ ਕਰਕੇ ਆਮ ਕਿਸੇ ਵੀ ਛੋਟੇ ਵੱਡੇ ਸ਼ਹਿਰ ਦੇ ਵਿੱਚ ਟੈਕਸ ਪੇ ਕਰਦੇ ਨੇ, ਜਿਵੇਂ ਹਰਜੋਤ ਸਿੰਘ ਜੀ ਨੇ ਦੱਸਿਆ। ਪਰ ਇਹਨਾਂ ਦਾ ਹੁਣ ਕੋਈ ਗੁਨਾਹ ਨਹੀਂ ਹੈ। ਪਰ ਜੇ ਤੁਸੀਂ ਇਹਨਾਂ ਨੂੰ ਵੀ ਕਹਿ ਦੋਗੇ ਕਿ ਚੋਰੀ ਵੀ ਕਰਨਗੇ ਤੇ ਚੋਰ ਨੂੰ ਵੀ ਖੁੱਲ੍ਹ ਆ ਵੀ ਉਹ ਕਰ ਕਿਤੇ ਵੀ ਕੁਛ ਮਰਜ਼ੀ ਸਕਦਾ, ਤੁਸੀਂ ਰੋਕ ਵੀ ਨਹੀਂ ਸਕਦੇ। ਸੋ ਇਹ ਤਾਂ ਇੱਕ ਕਿਰਤ ਕਰਨ ਵਾਲੇ ਬੰਦੇ ਦੇ ਨਾਲ, ਕਾਰੋਬਾਰ ਕਰਨ ਵਾਲੇ ਦੇ ਨਾਲ ਧੱਕਾ ਵਾ। ਬਾਕੀ ਡਿਸਕ੍ਰਿਮੀਨੇਸ਼ਨ ਹੁੰਦੀ ਆ, ਇਹ ਆਪਾਂ ਨੂੰ ਮੰਨ ਲੈਣਾ ਚਾਹੀਦਾ ਹੈਗਾ। ਆਪਾਂ ਬਹੁਤ ਵਾਰ ਦੇਖਿਆ, ਮੈਂ ਸਵੇਰੇ ਵੀ ਉਦਾਹਰਨ ਦਿੱਤੀ ਸੀ ਕਿ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਸਟੋਰ ਨੂੰ ਤੜਕੇ 2 ਵਜੇ ਲੁੱਟਣ ਆ ਗਏ ਤੇ ਉੱਥੇ 65 ਜਾਂ 70 ਸਾਲਾਂ ਦਾ ਗੋਰੇ ਮੂਲ ਦਾ ਬਜ਼ੁਰਗ ਸੀਗਾ। ਜਦ ਉਹਨੂੰ ਦੇਖਿਆ ਵੀ ਕਾਲੇ ਮੂਲ ਦੇ 3 ਬੰਦੇ ਸੀ, ਉਹਨੇ ਬੈਕ ਕਰਕੇ ਕਾਰ ਲਾਈ ਆ ਤੇ ਇੱਕ ਨੇ ਗਨ ਫੜੀ ਆ ਤੇ ਜਦੋਂ ਹੀ ਉਹ ਡੋਰ 'ਚ ਵੜਿਆ, ਬੰਦੇ ਨੇ ਆਪਣੀ ਜਿਹੜੀ AK-47 ਆ ਉਹਦਾ ਮੁੰਡਾ ਉਡਾਤਾ ਤੇ ਪੂਰੇ ਅਮਰੀਕਾ ਦੇ ਮੀਡੀਆ ਦੇ ਵਿੱਚ ਉਸ ਬਜ਼ੁਰਗ ਦੀ ਬੱਲੇ ਬੱਲੇ ਕੀਤੀ ਗਈ ਵੀ ਜੀ ਦੇਖੋ ਇੰਨੇ ਬਜ਼ੁਰਗ ਬੰਦੇ ਨੇ ਜਿਹੜੇ ਰੌਬਰਸ ਆ ਉਹ ਭਜਾ ਦਿੱਤੇ। ਪਰ ਦੂਸਰੇ ਪਾਸੇ ਮੈਂ ਸਵੇਰੇ ਇਹ ਵੀ ਉਦਾਹਰਨ ਦਿੱਤੀ ਸੀ ਵੀ ਓਕਲੈਂਡ ਦੇ ਵਿੱਚ ਲੁੱਟਣ ਆ ਗਏ ਬੰਦੇ, ਲੁੱਟ ਕੇ ਲੈ ਗਏ। ਜਦੋਂ ਆਪਣਾ ਬੰਦਾ ਪਿੱਛੇ ਦੌੜਿਆ ਉਹਨਾਂ ਦੇ ਗਨ ਲੈ ਕੇ, ਹਾਲਾਂਕਿ ਉਹਨੂੰ ਚਲਾਈ ਵੀ ਨਹੀਂ ਤੇ ਉਹਦੇ ਤੇ ਫੈਲਨੀ ਚਾਰਜਸ ਲੱਗ ਗਏ ਹਨਾ। ਸੋ ਇਹ ਜਿਹੜੀ ਆ ਨਾ, ਇਹ ਜੇ ਆਪਾਂ ਬੋਲਾਂਗੇ ਫੇਰ ਹੀ ਹਟਣਾ ਆ। ਇਹ ਵੀ ਮੈਂ ਉਦਾਹਰਨ ਦਿੱਤੀ ਸੀ ਪਈ ਜਿਹੜਾ ਹੈਗਾ ਲੋਡਾਈ ਸ਼ਹਿਰ ਦੇ ਵਿੱਚ ਆਪਣਾ ਢਾਲੀਵਾਲ ਨਾਮ ਦਾ ਇੱਕ ਨੌਜਵਾਨ ਬੰਦਾ ਸੀਗਾ ਜਿਹੜਾ ਮਿਲਟਰੀ ਸਿਹਤ ਪੱਖੋਂ ਥੋੜਾ ਉਹ ਬਿਮਾਰ ਸੀ ਤੇ ਉਸਨੇ ਚਾਕੂ ਫੜਿਆ ਸੀ, ਪੁਲਿਸ ਵਾਲਿਆਂ ਨੇ ਗੋਲੀ ਨਾਲ ਮਾਰਤਾ ਸੀ। ਪੁਲਿਸ ਵਾਲੇ ਕੁਝ ਕਰ ਨਹੀਂ ਰਹੇ ਸੀ, ਆਪਣੀ ਕਮਿਊਨਿਟੀ 150-200 ਬੰਦਾ ਇਕੱਠਾ ਹੋਇਆ, ਮੁੜ ਕੇ ਪੁਲਿਸ ਵਾਲੇ ਨੂੰ ਰਿਜ਼ਾਈਨ ਕਰਨਾ ਪਿਆ ਉਹਨਾਂ ਨੂੰ ਵੀ ਹਾਂ ਸਾਡੇ ਤੋਂ ਗਲਤ ਸ਼ੂਟਿੰਗ ਦੇ ਵਿੱਚ ਉਹ ਬੰਦਾ ਮਾਰਿਆ ਗਿਆ। ਸੋ ਇਹ ਜਿਹੜਾ ਆ, ਇਸ ਕਰਕੇ ਸਾਡਾ ਸ਼ੋਅ ਕਰਨ ਦਾ ਮਤਲਬ ਹੈ ਭਾਈ ਇਕੱਠੇ ਹੋ, ਜਿੱਥੇ ਕਿਸੇ ਨਾਲ ਧੱਕਾ ਹੁੰਦਾ ਆ ਬਿਲਕੁਲ ਰਲ ਕੇ ਕਰੋ, ਨਹੀਂ ਤਾਂ ਵਾਰੀ ਸਾਰਿਆਂ ਦਾ ਇਹੀ ਹੋਣਾ ਆ, ਤੁਹਾਡੇ ਸਟੋਰ ਜਿਹੜੇ ਬੰਦ ਹੋ ਜਾਣੇ ਆ, ਫੇਰ ਤੁਸੀਂ ਆਲਾ ਦੁਆਲਾ ਜਿਹੜਾ ਦੇਖਣਾ ਆ ਇੰਨੀ ਮਿਹਨਤ ਦੇ ਨਾਲ ਜਿਹੜਾ ਇੰਨਾ ਕੁਛ ਬਣਾਇਆ ਹੈਗਾ। ਜੀ ਰਜੀਵ ਬੱਤਰਾ ਜੀ ਕਹਿ ਰਹੇ ਨੇ, ਹਰਜੋਤ ਸਿੰਘ ਜੀ, ਉਹ ਕਹਿੰਦੇ ਕਿ ਦੈਟਸ ਵਾਈ ਪੀਪਲ ਲਿਵਿੰਗ ਕੈਲੀਫੋਰਨੀਆ। ਉਹ ਕਹਿੰਦੇ ਕੈਲੀਫੋਰਨੀਆ ਨੂੰ ਛੱਡਣ ਦਾ ਬਹੁਤ ਵੱਡਾ ਕਾਰਨ ਹੈ ਕਿ ਇੱਥੇ ਲਾਅ ਐਂਡ ਆਰਡਰ, ਕਾਨੂੰਨ ਦੀ ਸਥਿਤੀ ਤੇ ਉਹ ਇੱਥੇ ਹੁੰਦੀ ਲੁੱਟ-ਪਾਟ ਤੇ ਨਾਲ ਟੈਕਸਾਂ ਦੇ ਵਿੱਚ ਜਿਹੜਾ ਆਪਾਂ ਇਜ਼ਾਫਾ ਦੇਖਦੇ ਹਾਂ ਹਰ ਰੋਜ਼। ਜੀ ਬਿਲਕੁਲ। ਹੁਣ ਗੱਲ ਇਹ ਆ ਵੀ ਛੱਡਣ ਦੇ ਨਾਲ ਵੀ ਕੁਛ ਨਹੀਂ ਹੋਣਾ ਹਨਾ। ਜੇ ਆਪਾਂ ਐਕਟ ਨਾ ਕਰਾਂਗੇ ਫੇਰ ਫਾਇਦਾ ਕੀ? ਹਾਲਾਂ ਵੀ ਹਜੇ ਵੀ ਅੱਜ ਦੀ ਡੇਟ 'ਚ ਵੀ ਕੈਲੀਫੋਰਨੀਆ ਦੁਨੀਆ ਦੀ 4-5ਵੀਂ ਵੱਡੀ ਲਾਰਜੈਸਟ ਇਕਨੋਮੀ ਆ। ਪਰ ਜੇ ਡਰਦੇ ਮਾਰੇ ਪੰਜਾਬੀ ਛੱਡ ਕੇ, ਫਿਰ ਪੰਜਾਬੀ ਆਪਾਂ ਕਾਹਦੇ ਆ? ਠੀਕ ਹੈ ਕਿ ਨਹੀਂ? ਪਰ ਆਪਾਂ ਨੂੰ ਐਕਟ ਹੋਣਾ ਪੈਣਾ ਹੈਗਾ। ਬਿਲਕੁਲ। ਹਰਜੋਤ ਸਿੰਘ ਜੀ, ਇੱਥੇ ਆਪਾਂ ਰੁਕਦੇ ਹਾਂ ਕਿਸੇ ਬ੍ਰੇਕ ਦੇ ਲਈ। ਬ੍ਰੇਕ ਤੋਂ ਪਾਰ ਇਸੇ ਤਰ੍ਹਾਂ ਇਸ ਚਰਚਾ ਨੂੰ ਜਾਰੀ ਰੱਖਾਂਗੇ। ਸੋ ਬਿਲਕੁਲ, ਜੇ ਤੁਹਾਡਾ ਵੀ ਕੋਈ ਵਿਚਾਰ ਹੈਗਾ, ਤੁਹਾਡੇ ਕੀ ਕਰਨਾ ਚਾਹੀਦਾ ਹੈਗਾ, ਤੇ ਤੁਸੀਂ ਇਹ ਲਾਈਵ ਸ਼ੋਅ ਚੱਲ ਰਿਹਾ 4 ਵਜੇ ਤਾਈਂ, ਕੁਝ ਕੁ ਮਿੰਟ ਹੋਰ ਚੱਲਣਾ ਹੈ, ਤੁਸੀਂ ਕਾਲ ਕਰ ਸਕਦੇ ਹੋ 408-272-5200 ਤੇ 4082725200। ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਸੁਰਿੰਦਰ ਸਿੰਘ ਜੀ ਦੀ ਰਾਏ ਨੂੰ ਸ਼ਾਮਲ ਕਰ ਲੈਂਦੇ ਹਾਂ। ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਤੁਹਾਡਾ ਸ਼ੋਅ ਲਿਆਉਣ ਵਾਸਤੇ ਜੀ। ਇਹ ਤਾਂ ਹਮੇਸ਼ਾ ਹੀ ਕਹਿੰਦੇ ਭਾਈ, ਜਦੋਂ ਟੈਕਸੀ ਦਾ ਚੱਲਿਆ ਸੀ ਕੰਮ, ਜਦੋਂ ਟਰੱਕਿੰਗ ਦਾ ਚੱਲਿਆ, ਹੁਣ ਟਰੱਕ ਦਾ ਚੱਲਦਾ, ਹਮੇਸ਼ਾ ਹੀ ਕਹਿੰਦੇ ਹੋ ਭਾਜੀ ਮਿਹਰਬਾਨੀ ਤੁਹਾਡੀ, ਤੁਸੀਂ ਹੋਕਾ ਦਿੰਦੇ ਹੋ। ਪਰ ਅਸਲ 'ਚ ਭਾਜੀ ਮੈਂ ਕਹਿੰਦਾ ਕਿ ਪੋਲੀਟੀਸ਼ੀਅਨ ਦਾ ਵੀ ਕਸੂਰ ਕੋਈ ਨਹੀਂ ਹੈ, ਇਹ ਸਾਡਾ ਖੁਦ ਦਾ ਕਸੂਰ ਆ। ਮੈਂ ਸਟੋਰ ਚਲਾਉਣਾ, ਮੈਂ ਨਹੀਂ ਕਹਿੰਦਾ ਕਿ ਮੈਂ ਬੜਾ ਹਰ ਜਗ੍ਹਾ ਅੱਗੇ ਜਾਣਾ। ਆਪਾਂ ਇਕੱਠੇ ਨਹੀਂ ਹੁੰਦੇ ਭਾਜੀ, ਆਪਾਂ ਇਕੱਠੇ ਨਹੀਂ ਹੁੰਦੇ। ਮੈਂ ਕਹਿੰਦਾ ਕਿ ਇੱਕ ਦਿਨ ਦੀ ਸਟ੍ਰਾਈਕ ਕਾਲ ਦੇ ਦਿਓ, ਮੈਂ ਵਿੱਚ ਹੀ ਹਾਂ ਜੀ, ਮੈਂ ਫੈਮਿਲੀ ਸਮੇਤ ਲੈ ਕੇ ਜਾਵਾਂਗਾ ਡੋਰ ਬੰਦ ਕਰਕੇ। ਇੱਕ ਦਿਨ ਦੀ ਕਾਲ ਦੇ ਕੇ ਗਵਰਨਰ ਦੇ ਆਫਿਸ ਦੇ ਮੂਹਰੇ ਜਾ ਕੇ ਬਹਿ ਜਾਈਏ ਜੀ। ਦੇਖੋ ਜੀ, ਆਪਣੇ ਆਪ ਹੀ ਮੈਨੂੰ ਚਲੋ ਨਾ ਵੀ ਹੱਲ ਹੋਏਗਾ, ਮੈਂ ਨਹੀਂ ਕਹਿੰਦਾ 100% ਮਸਲਾ ਹੱਲ ਹੋ ਜਾਏਗਾ, ਪਰ ਕੁਛ ਨਾ ਕੁਛ ਉਹਦਾ ਫਾਇਦਾ ਜ਼ਰੂਰ ਹੋਏਗਾ ਜੀ। ਰੋਜ਼ ਸਾਡੇ ਭੈਣ ਭਰਾ ਕਿੰਨੇ ਕੁੱਟੇ ਜਾਂਦੇ, ਕਿੰਨੇ ਮਾਰੇ ਜਾਂਦੇ ਆ, ਕੀ ਬਿਜ਼ਨਸ ਦਾ ਕੀ ਬਣ ਗਿਆ ਵਾ। ਪਰ ਮੈਂ ਤਾਂ ਕਿਸੇ ਨੂੰ ਦੋਸ਼ੀ ਨਹੀਂ ਮੰਨਦਾ ਜੀ ਭਾਜੀ, ਸਾਡਾ ਖੁਦ ਦਾ ਆਪਣਾ ਦੋਸ਼ ਹੈ ਜੀ, ਖੁਦ ਸਟੋਰ ਓਨਰਾਂ ਦਾ, ਪੰਜਾਬੀਆਂ ਦਾ ਜੀ। ਠੀਕ ਹੈ, ਆਪਾਂ ਇਕੱਠੇ ਨਹੀਂ ਹੁੰਦੇ। ਹਮੇਸ਼ਾ ਆਪਾਂ ਕਹਿੰਦਾ ਭਾਜੀ ਆਪਕਾ ਦੂਜਾ ਤੀਜਾ ਜਿੰਨੇ ਵੀ ਐਸੋਸੀਏਸ਼ਨ ਹੈਗੀਆਂ, ਸਾਰਿਆਂ ਨੂੰ ਕਹਿੰਦਾ, ਮੇਰੀ ਇੱਕੋ ਵਿਚਾਰਧਾਰਾ ਜੀ ਕਿ ਸਟੋਰ ਬੰਦ ਕਰਕੇ ਇੱਕ ਦਿਨ ਦੀ ਫੁੱਲੀ ਸਟ੍ਰਾਈਕ, ਪੂਰੇ ਸਟੋਰ ਬਿਜ਼ਨਸ ਬੰਦ, ਕੋਈ ਫਰਕ ਨਹੀਂ ਪੈਣਾ ਭਾਜੀ, ਸਾਰੀ ਉਮਰ ਆਪਾਂ ਕਮਾਇਆ, ਇੱਕ ਦਿਨ ਬੰਦ ਕਰ ਦਈਏ ਆਪਾਂ ਜੀ।
ਠੀਕ ਹੈ ਮੈਂ ਜੀ ਬਾਕੀ ਵੀ ਮੈਂ ਚਲੋ ਤੁਹਾਡਾ ਨਾ ਸਹਿਮਤ ਵੀ ਜੀ ਹੋਵੇ ਭਾਜੀ। ਇੱਕ ਦਿਨ, ਚਾਹੇ 2 ਘੰਟੇ ਕਰ ਲਓ, 3 ਘੰਟੇ ਕਰ ਲਓ, ਭਾਜੀ ਹੋਏ ਨਹੀਂ ਭਾਜੀ, ਮੈਂ ਪਰ ਸਹਿਮਤ ਹਾਂ ਐਕਸ਼ਨ ਤੁਹਾਡੇ ਤਾਂ ਨਾਲ, ਕਰੋ ਨਾ, ਪਰ ਹੋਏ ਕੁਛ ਨਾ ਕਿਉਂ ਨਾ। ਕੁਛ ਸਾਥ ਤਾਂ ਦਿਓ ਨਾ ਅਗਲੇ ਦਾ। ਹੁਣ ਮੇਰੀ ਸਟੋਰ ਆ ਓਨਰਸ ਦੇ ਨਾਲ ਵੀ ਗੱਲਬਾਤ ਹੁੰਦੀ ਸੀ, ਉਹ ਵਿਚਾਰੇ ਡਰੇ ਹੋਏ ਆ ਹਨਾ, ਵੀ ਪਤਾ ਨਹੀਂ ਸਾਡੇ ਤੇ ਕੀ ਐਕਸ਼ਨ ਹੋ ਜਾਣਾ ਹੈ ਹਨਾ, ਜਿੱਥੇ ਇਹ ਘਟਨਾ ਵਾਪਰੀ ਹੈਗੀ ਆ। ਸੋ ਆਪਾਂ ਨੂੰ ਉਹਨਾਂ ਨੂੰ ਹੌਸਲਾ ਦੇਣਾ ਚਾਹੀਦਾ, ਠੀਕ ਹੈ ਕਿ ਵੀ ਆਪਾਂ ਤੁਹਾਡੇ ਨਾਲ ਆ, ਕੱਲ ਨੂੰ ਜੇ ਸਾਡੇ ਨਾਲ ਕੁਝ ਹੋਊਗਾ ਉਹ ਵੀ ਸਾਡੇ ਨਾਲ ਹੋਊਗੇ, ਠੀਕ ਹੈ ਕਿ ਨਹੀਂ? ਜੀ ਸੋ ਬਿਲਕੁਲ ਬਹੁਤ ਲੋਕ ਖੁਦ ਇਸ ਕਾਰੋਬਾਰ 'ਚ ਹੋ ਕੇ ਤੇ ਉਹ ਖੁਦ ਇਸ ਗੱਲ ਨੂੰ ਮਹਿਸੂਸ ਕਰਦੇ ਕਿ ਸਟ੍ਰਾਈਕ ਬਿਨਾਂ ਗੱਡੀ ਨਹੀਂ ਚੱਲਣੀ, ਏਕੇ ਬਿਨਾਂ ਗੱਡੀ ਨਹੀਂ ਚੱਲਣੀ। ਚਰਚਾ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਸੋ ਸਰੋਤੋ, ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਗੱਲਬਾਤ ਕਰਦੇ ਸੀ, ਇੱਕ ਸਟਾਕਟਨ ਦੇ ਵਿੱਚ ਸਟੋਰ ਨੂੰ ਲਗਾਤਾਰ ਲੁੱਟਣ ਵਾਲਾ ਬੰਦਾ, ਜਿਸ ਨੂੰ ਆਪਣੇ ਬੰਦਿਆਂ ਨੇ ਥੋੜਾ ਚਾਟਾ ਛਕਾਇਆ ਸੀ, ਉਹਦੇ ਸੰਬੰਧ ਦੇ ਵਿੱਚ ਇੱਕ ਤਾਂ ਇਹ ਆ ਵੀ ਜੇ ਕੱਲ ਨੂੰ ਉਹਨਾਂ ਦੇ ਕੋਈ ਐਕਸ਼ਨ ਆਉਂਦਾ, ਆਪਣੀ ਕਮਿਊਨਿਟੀ ਨੂੰ ਇਕੱਠੇ ਹੋਣਾ ਚਾਹੀਦਾ। ਦੂਜਾ, ਜਿਹੜਾ ਕੈਲੀਫੋਰਨੀਆ ਦੇ ਵਿੱਚ ਚੋਰੀ ਨੂੰ ਲੀਗਲ ਕਰਨ ਲੱਗਿਆ ਨਵਾਂ ਬਿੱਲ SB 553, ਕਿ ਜੇ ਤੁਹਾਡੇ ਚੋਰੀ ਕਰਨ ਆਇਆ ਸਟੋਰ ਤੇ, ਤੁਸੀਂ ਉਹਨੂੰ ਕਨਫਰੰਟ ਨਹੀਂ ਕਰ ਸਕਦੇ ਹੈ। ਉਸ ਬਿੱਲ ਦੀ ਬਾਤ ਆ ਵੀ ਉਸ ਬਿੱਲ ਦੇ ਅਗੇਂਸਟ ਆਪਣੇ ਅਸੈਂਬਲੀਮੈਨ, ਸਟੇਟ ਸੈਨੇਟਰ ਸਾਰਿਆਂ ਨੂੰ ਕਾਲਾਂ ਕਰੋ। ਹੁਣ ਕਈ ਵਾਰੀ ਕੀ ਹੁੰਦਾ ਵੀ ਯਾਰ ਇਕੱਠੇ ਨਹੀਂ ਹੁੰਦੇ, ਐਡੀ ਹੁਣ ਹਜ਼ਾਰਾਂ ਦੀ ਗਿਣਤੀ ਚ ਸਟੋਰ ਆ। ਤੁਹਾਨੂੰ ਮੈਂ ਉਦਾਹਰਨ ਦਿੰਦਾ, ਪਿਛਲੇ ਸਾਲ ਅਸੀਂ ਬਹੁਤ ਇਹ ਕਵਰ ਕੀਤਾ ਸੀ। ਕੁਛ 40-50 ਸਿਰਫ ਫਾਰਮ ਵਰਕਰ ਸੀਗੇ, ਫਾਰਮ ਵਰਕ ਜਿਹੜੇ ਡਲੀਨੋ ਤੋਂ ਤੁਰ ਕੇ ਕੈਪੀਟਲ ਸੈਕਰਾਮੈਂਟੋ ਦੀ ਜਿਹੜੀ ਆ ਸੈਕਰਾਮੈਂਟੋ ਕੈਲੀਫੋਰਨੀਆ ਦੀ ਕੈਪੀਟਲ, ਉੱਥੇ ਪਹੁੰਚੇ ਸੀ ਤੇ 24 ਦਿਨਾਂ ਦਾ ਉਹਨਾਂ ਦਾ ਮਾਰਚ ਸੀ ਤੇ ਉਹਨਾਂ ਨੇ 35-40 ਜਾਣਿਆਂ ਨੇ ਆਪਣਾ ਜਿਹੜਾ ਇੱਕ ਅਸੈਂਬਲੀ ਬਿੱਲ 2183 ਆ, ਉਹ ਗਵਰਨਰ ਤੋਂ ਸਾਈਨ ਕਰਵਾ ਲਿਆ ਸੀ। ਇੰਨੀ ਪਾਵਰ ਹੁੰਦੀ ਆ, ਦੇਖੋ ਥੋੜੇ ਜਿਹੇ ਬੰਦਿਆਂ ਦੇ ਇਕੱਠ ਦੇ ਨਾਲ, ਪਰ ਉਹਨਾਂ ਦੀ ਇੰਨੀ ਕਵਰੇਜ ਹੋਈ ਕਿਉਂਕਿ ਉਹ ਹਰ ਰੋਜ਼ ਤੁਰਦੇ ਸੀ। ਡਲੀਨੋ ਤੋਂ ਟਲੈਰੀ ਆਏ, ਟਲੈਰੀ ਤੋਂ ਅੱਗੇ ਫਿਰ ਸਿਲਮਾ, ਫ੍ਰਿਜਨੋ, ਏਦਾਂ ਤੇ ਹਰ ਜਗ੍ਹਾ ਉਹਨਾਂ ਦੀ ਕਵਰੇਜ ਹੁੰਦੀ ਸੀ। ਸੋ ਆਪਣੇ ਲੋਕਾਂ ਨੂੰ ਇਕੱਠੇ ਹੋਣਾ ਪੈਣਾ ਆਪਣੇ ਹੱਕ ਲੈਣ ਦੇ ਲਈ। ਹੁਣ ਆਪਾਂ ਅਮਰੀਕਾ ਦੇ ਵਿੱਚ ਆ, ਆਜ਼ਾਦ ਮੁਲਕ ਦੇ ਵਿੱਚ ਆ, ਆਪਾਂ ਆਜ਼ਾਦ ਹੈਗੇ ਆ। ਉਹ ਜਿਹੜੀ ਗੁਲਾਮੀ ਵਾਲੀ ਸੋਚ ਆ ਨਾ ਇੰਡੀਆ ਵਾਲੀ, ਉਹ ਛੱਡ ਦਿਓ। ਜੇ ਇੱਥੇ ਆ ਕੇ ਵੀ ਗੁਲਾਮ ਰਹਿਣਾ, ਫਿਰ ਇੱਥੇ ਆਉਣ ਦਾ ਤੁਹਾਡਾ ਕੋਈ ਫਾਇਦਾ ਨਹੀਂ ਹੈ ਜੀ। ਗੁਰਨੇਕ ਸਿੰਘ ਜੀ, ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਗੁਰਨੇਕ ਸਿੰਘ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਤੇ ਇਹ ਬਹੁਤ ਵਧੀਆ ਕੀਤਾ ਜੀ ਮੁੰਡਿਆਂ ਨੇ ਜੋ ਵੀ ਕੀਤਾ। ਚਲੋ ਸਾਰਿਆਂ ਨੂੰ ਆਪਣਾ ਉਹਨਾਂ ਦਾ ਸਾਥ ਵੀ ਦੇਣਾ ਚਾਹੀਦਾ ਆ ਤੇ ਨਾਲੇ ਆਪਾਂ ਇਹਨਾਂ ਨੂੰ ਬਿੱਲਰਾਂ ਨੂੰ ਖੜਾਈਏ ਟੈਕਸ ਦੇ ਕੇ, ਹਨਾ। ਇਹ ਜ਼ਿਆਦਾ ਵੀ ਸਾਡਾ ਟੈਕਸ ਮਾਫ ਕਰਨ ਜੀ, ਕਹਿਣਾ ਚਾਹੀਦਾ ਸਾਰਿਆਂ ਨੂੰ। ਨਾਲ ਜ਼ਿਆਦਾ ਸਾਡਾ ਟੈਕਸ ਮਾਫ ਕਰ ਦਿਓ, ਟੈਕਸ ਨਾ ਲਓ। ਨਾਲੇ ਸਾਡੇ ਤੋਂ ਟੈਕਸ ਲੈ ਕੇ ਇਹਨਾਂ ਨੂੰ ਬਿੱਲਰਾਂ ਨੂੰ ਵੀ ਕਰਾਉਣੇ ਆ। ਇਹ ਚੋਰੀ ਵੀ ਕਰਨ, ਸਾਡੇ ਅਸੀਂ ਕੰਮ ਵੀ ਕਰੀਏ ਤੇ ਚੋਰੀ ਵੀ ਕਰਾਈਏ, ਹਨਾ। ਇਹ ਕਿੱਦਾਂ ਦਾ ਲਾ ਆ ਵੀ 950 ਦਾ ਨਾ ਕਰੋਨਾ ਦੇ ਨਾਂ ਤੇ ਬਹੁਤ ਵੱਡਾ ਬਿਜ਼ਨਸ ਕਰਾਇਆ ਲੋਕਾਂ ਨੂੰ ਡਰਾ ਕੇ ਕਰੋਨਾ ਦੇ ਨਾਂ ਤੇ। ਸੋ ਇਹ ਬਹੁਤ ਮਾੜੀ ਗੱਲ ਆ। ਸਾਰਿਆਂ ਨੂੰ, ਸਾਰੀ ਕਮਿਊਨਿਟੀ ਨੂੰ, ਜਿਹਨੂੰ ਵੀ ਹੈਗਾ, ਸਾਰਿਆਂ ਨੂੰ ਨਾਲ ਇਕੱਠੇ ਹੋ ਕੇ ਖੜਨਾ ਚਾਹੀਦਾ, ਸਟੋਰਾਂ ਵਾਲਿਆਂ ਨੂੰ ਵੀ। ਤੇ ਇਹੀ ਗੱਲ ਕਹਿਣੀ ਸੀ ਜੀ। ਚੰਗਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਸਨੀ ਗਰੇਵਾਲ ਜੀ ਵੀ ਕਹਿੰਦੇ ਆ ਵੀ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ, ਇਕੱਠੇ ਹੋ ਕੇ ਨਿਕਲਣਾ ਪੈਣਾ। ਜੇ ਏਕਤਾ ਹੁੰਦੀ ਆ ਫੇਰ ਹੀ ਫਾਇਦਾ। ਉਹ ਤਾਂ ਪਤਾ ਹੀ ਹੈ ਵੀ ਇੱਕ ਇਕੱਲਾ ਤੇ 2 11 ਹੁੰਦੇ ਆ। ਏਕਤਾ ਦੇ ਨਾਲ ਹੀ ਗੱਲ ਬਣਨੀ ਆ। ਸਾਰੇ ਸਟੋਰਾਂ ਵਾਲਿਆਂ ਨੂੰ, ਬਾਕੀ ਬਿਜ਼ਨਸ ਓਨਰਸ ਨੂੰ, ਗੈਸ ਸਟੇਸ਼ਨ ਵਾਲੇ ਵੀ ਆ, ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਇਸ ਬਿੱਲ ਦੇ ਅਗੇਂਸਟ ਵੀ। ਤੇ ਜੋ ਕੁਝ ਇਹ ਵਾਪਰਿਆ, ਇਹ ਆਪਣੇ ਆਪਣੇ ਮੇਅਰ ਨੂੰ, ਸਿਟੀ ਕੌਂਸਲ ਨੂੰ, ਅਸੈਂਬਲੀਮੈਨ ਨੂੰ, ਸਟੇਟ ਸੈਨੇਟਰ ਨੂੰ, ਸਾਰਿਆਂ ਨੂੰ। ਹੁਣ ਆਣੀ ਆ ਇਲੈਕਸ਼ਨ। ਹੁਣ ਤੁਸੀਂ ਦੇਖੋ ਵੀ ਜਿਹੜੀ ਆ ਇਨਸੀਡੈਂਟ ਹੋਈ ਆ ਜੀ, ਖਾਸ ਕਰਕੇ ਜਿਹੜਾ ਰਾਈਟ ਸਾਈਡ ਵਾਲਾ ਮੀਡੀਆ ਆ, ਰਿਪਬਲਿਕਨ ਆ, ਫੌਕਸ, ਉਹਨਾਂ ਨੇ ਇੰਨਾ ਜ਼ਿਆਦਾ ਚੱਕਿਆ ਹੈ ਨਾ, ਕਿੰਨੇ ਸ਼ੋਅ ਹੋ ਚੁੱਕੇ ਆ ਇਹਦੇ ਉੱਤੇ। ਤੇ ਦੇਖੋ ਹੁਣ ਲੋਕਾਂ ਨੂੰ ਕੈਲੀਫੋਰਨੀਆ 'ਚ ਆਪਣੇ ਬਿਜ਼ਨਸ ਬਚਾਉਣ ਲਈ ਆਪ ਹੀ ਖੜਨਾ ਪਿਆ। ਵੀ ਹੁਣ ਪੁਲਿਸ ਵਾਲਿਆਂ ਤੇ ਯਕੀਨ ਨਹੀਂ ਰਿਹਾ। ਸੋ ਕਿਉਂਕਿ ਹੁਣ ਇਲੈਕਸ਼ਨ ਆਣੀ ਆ ਅਗਲੇ ਸਾਲ, ਪ੍ਰੈਜ਼ੀਡੈਂਸ਼ੀਅਲ, ਤੇ ਤੁਸੀਂ ਦੇਖਿਆ ਵੀ ਹੁਣ ਪਿਛਲੇ ਕੁਝ ਦਿਨਾਂ 'ਚ ਹੁਣ ਹੋਮਲੈਸ ਲੋਕਾਂ ਨੂੰ ਮੂਵ ਵੀ ਕੀਤਾ ਜਾ ਰਿਹਾ ਆ। ਸੈਕਰਾਮੈਂਟੋ ਦੇ ਸਿਟੀ ਮੈਨੇਜਰ ਨੂੰ ਪਾਵਰ ਦੇਤੀਆਂ ਵੀ ਭਾਈ ਤੁਸੀਂ ਇਹਨਾਂ ਨੂੰ ਮੂਵ ਕਰਕੇ ਹੋਰ ਪਲੇਸ ਤੇ ਰੱਖ ਸਕਦੇ ਆ ਜਿੱਥੇ ਇਹਨਾਂ ਦੀ ਜਗ੍ਹਾ ਬਣਾਈ ਆ, ਕਿਉਂਕਿ ਇਲੈਕਸ਼ਨ ਆਣੀ ਆ। ਨਹੀਂ ਤਾਂ ਤੁਸੀਂ ਦੇਖੋ ਵੀ ਕਿੱਦਾਂ ਗੰਦ ਪਿਆ ਹੈਗਾ ਇੱਥੇ ਇੰਨਾ। ਤੇ ਸੋ ਇਹ ਮੌਕਾ ਹੁੰਦਾ ਕਿਸ ਟਾਈਮ ਦੇ ਉੱਤੇ ਤੁਸੀਂ ਇਸ਼ੂ ਚੱਕਣਾ। ਜੇ ਇੱਥੇ ਕੈਲੀਫੋਰਨੀਆ ਡੈਮੋਕ੍ਰੇਟ ਸੋਚੀ ਬੈਠੇ ਆ ਵੀ ਸਾਡੀ ਪੱਕੀ ਸਟੇਟ ਆ ਜੀ, ਅਸੀਂ ਤਾਂ 80% ਹੈਗੇ ਆ, ਪਰ ਹੋਰ ਸਟੇਟਾਂ 'ਚ ਇਹਦਾ ਅਸਰ ਬਹੁਤ ਪੈਂਦਾ ਆ। ਰਿਪਬਲਿਕਨ ਨੇ ਇਹ ਚੱਕਣਾ ਵੀ ਦੇਖੋ ਆ ਜਿਹੜੀ ਸਟੇਟ ਆ ਨਾ, ਜਿਹੜੇ ਕਹਿੰਦੇ ਵੀ ਅਸੀਂ ਬਹੁਤ ਵਧੀਆ ਰਨ ਕਰ ਰਹੇ, ਉੱਥੇ ਆ ਹਾਲ ਆ। ਸੋ ਇਸ ਕਰਕੇ ਸਾਨੂੰ ਜਿਹੜੇ ਇਸ਼ੂ ਸਾਰੇ ਚੱਕਣੇ ਚਾਹੀਦੇ ਹੈਗੇ। ਜੀ ਜੀ। ਨਰਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ। ਉਹ ਭਾਜੀ ਜਿਹੜੀ ਆ ਤੁਸੀਂ ਗੱਲ ਕਰਦੇ ਵੀ ਉਹ ਕਾਨੂੰਨ ਬਣਾਉਣ ਲੱਗੇ ਆ ਵੀ ਜਿੱਦਾਂ $950 ਦੀ ਇਹ ਤਾਂ ਹੈਗਾ ਹੀ ਕਰ ਸਕਦੇ ਆ ਨਾ। ਇਹ ਤਾਂ ਆਲਰੇਡੀ ਬਣਿਆ ਆ ਭੈਣ ਜੀ ਕਾਨੂੰਨ, ਇਹ ਤਾਂ ਆਲਰੇਡੀ ਹੈਗਾ ਆ।
ਕਾਨੂੰਨ ਹੁਣ ਇਹ ਮੰਨ ਲੱਗਾ ਵੀ ਜੇ ਤੁਹਾਡੇ ਸਟੋਰ ਤੇ ਬਿਜ਼ਨਸ ਤੇ ਕੋਈ ਲੁੱਟਣ ਆ ਜਾਂਦਾ ਤੇ ਉਹ ਲੁੱਟ ਕੇ ਉਹਨੂੰ ਤੁਸੀਂ ਕਹਿ ਨਹੀਂ ਸਕਦੇ ਵੀ ਭਾਈ ਲੁੱਟਣ ਕਾਹਤੇ ਆਇਆ, ਉਹਨੂੰ ਕਹਾਂ ਫਿਰ ਚੱਕ ਸਮਾਨ ਤੇ ਚੱਲ ਜਾ, ਅਸੀਂ ਤੈਨੂੰ ਕੁਝ ਨਹੀਂ ਕਹਿੰਦੇ ਜੀ। ਉਹ ਕਹਿੰਦੇ ਵੀ ਉਹਨੂੰ ਤੁਸੀਂ ਕਨਫਰੰਟ ਨਹੀਂ ਕਰ ਸਕਦੇ, ਤੁਸੀਂ ਆਪਣੇ EMPLOYEES ਨੂੰ ਨਹੀਂ ਕਹਿ ਸਕਦੇ ਜਿਹੜੇ ਸਟੋਰ ਤੇ ਕੰਮ ਕਰਦੇ ਆ ਵੀ ਭਾਈ ਉਹ ਉਸ ਨੂੰ ਰੋਕੋ ਚੋਰੀ ਤੋਂ ਨਾ। ਪਰ ਬਹੁਤ ਮਾੜੀ ਗੱਲ ਹੈ। ਚਲੋ ਉਹਨੂੰ ਕੁੱਟਿਆ, ਇੰਨੇ 5 ਦਿਨ ਹੋ ਗਏ ਸੀ ਲਗਾਤਾਰ ਸੇਮ ਹੀ ਬੰਦਾ ਆਉਂਦਾ ਸੀਗਾ ਉੱਥੇ ਚੋਰੀ ਕਰਨ, ਤੇ ਬੰਦਾ ਉਹਨੂੰ ਫਿਰ ਇੱਕ ਦਿਨ ਕਹਿ ਵੀ ਤੂੰ ਕੁੱਟ ਨਹੀਂ ਸਕਦਾ, ਵੀ ਤੂੰ ਰੋਜ਼ ਹੀ ਤੂੰ ਇੱਥੇ ਆ ਕੇ ਚੋਰੀ ਕਰਕੇ ਲੈ ਕੇ ਲੈਣਾ। ਪਰ ਜੇ ਕੋਈ ਗੱਲ ਹੁੰਦੀ ਉਹਨੂੰ ਮਾਰਦਾ ਹਨਾ, ਇਹ ਵੀ ਉਹਦੇ ਲਈ ਵੀ ਡੇਂਜਰਸ ਸੀਗਾ ਹਨਾ ਜਿਹਨੇ ਉਹਨੂੰ ਮਾਰਿਆ। ਪਰ ਬਹੁਤ ਮਾੜੀ ਗੱਲ ਹੈ ਜਿਹੜੀ ਹੋਮਲੈਸ ਇਹਨਾਂ ਤੇ ਇੰਨਾ ਗੰਦ ਪਾਇਆ ਆ। ਇੱਥੇ ਹਲੇ ਵੀ ਸਾਡੇ ਇੱਥੇ ਆਲੇ ਦੁਆਲੇ ਇੰਨੇ ਹੋਮਲੈਸ ਆ, ਇੰਨਾ ਸਟਰੀਟਾਂ ਤੇ ਗੰਦ ਪਾਉਂਦੇ ਆ, ਕਿਤੇ ਜਿਹੜਾ ਕਿਤੇ ਵੀ ਬਾਹਰ ਨਿਕਲਣਾ ਵੀ ਔਖਾ ਹੋ ਜਾਂਦਾ ਹਨਾ। ਜੀ ਬਹੁਤ ਮਾੜੀ ਗੱਲ, ਬਹੁਤ ਬੁਰਾ ਹਾਲ ਹੋਇਆ ਪਿਆ ਹੈ ਇੱਥੇ ਹੋਮਲੈਸ ਲੋਕਾਂ ਦਾ ਤਾਂ ਹਨਾ। ਠੀਕ ਹੈ, ਹਾਂਜੀ। ਓਕੇ ਭਾਈ, ਸਤਿ ਸ਼੍ਰੀ ਅਕਾਲ ਜੀ। ਰਜੇਸ਼ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਰਹੇ ਰਜੇਸ਼ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਔਨ 에ਅਰ ਹੋ ਜੀ। ਹਾਂ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਬਹੁਤ ਚੰਗਾ ਜੀ, ਤੁਸੀਂ ਇਹ ਮੁੱਦਾ ਚੱਕਿਆ ਜੀ, ਤੇ ਇਹਨੂੰ ਐਸਕੇਲੇਟ ਕਰਨ ਲਈ ਨਾ ਮਲਟੀ ਪ੍ਰੋਂਗ ਅਪਰੋਚ ਚਾਹੀਦਾ ਹੈ। ਇੱਕ ਤਾਂ ਇਹ ਸਾਰੀ ਜਿਹੜਾ ਚੱਕਰ ਹੈ ਵੋਟਾਂ ਵਾਲਾ ਚੱਕਰ ਹੈ, ਠੀਕ ਹੈ ਜੀ। ਤੇ ਦੂਜਾ ਇਹਦੇ ਚ ਇਹਨਾਂ ਨੂੰ ਜਿਵੇਂ ਪ੍ਰੈਸ ਦੇ ਵਿੱਚ, ਨਿਊਜ਼ਪੇਪਰ ਦੇ ਵਿੱਚ, ਸਟੋਰ ਆਬਵੀਅਸਲੀ ਐਸੋਸੀਏਸ਼ਨ ਹੈਗੀਆਂ ਕਿੰਨੀਆਂ ਪੰਜਾਬੀਆਂ ਦੀਆਂ, ਹੋਰ ਆਪਣੀ ਇੱਕ ਕਮਿਊਨਿਟੀ ਹੈ, ਹੋਰ ਕੰਟਰੀਜ਼ ਦੀ ਵੀ ਲੋਕੀ ਹੈ ਜਿਹੜੇ ਓਨਰਸ ਹੈ ਉਹਨੇ ਐਸੋਸੀਏਸ਼ਨ ਪੱਕਾ, ਤੇ ਮਿਲ ਕੇ ਪੇਪਰਾਂ ਦੇ ਵਿੱਚ ਓਪਨ ਮੈਮੋ ਕਹਿ ਲਓ ਜਾਂ ਲੈਟਰ ਕਹਿ ਲਓ, ਹਾਂਜੀ, ਗਵਰਨਰ ਹੈ ਤੇ ਨਾਲ ਜਿਹੜੇ ਆਪਣੇ ਲਾਅ ਮੇਕਰਸ ਆ ਉਹਨਾਂ ਨੂੰ ਲਿਖਣਾ ਚਾਹੀਦਾ ਹੈ ਲੋਕਲ ਪੇਪਰ ਦੇ ਵਿੱਚ ਨਾ। ਆਬਵੀਅਸਲੀ ਕਾਸਟ ਕਰੂਗਾ, ਲੇਕਿਨ ਮੈਨੂੰ ਲੱਗਦਾ ਵੀ ਹੈਵ ਟੂ ਕ੍ਰੀਏਟ ਅ ਫੰਡ ਫॉर ਆਲ ਦਿਸ। ਇਹ ਇਨੀਸ਼ੀਏਟਿਵ ਸੋਲਵ ਨਹੀਂ ਹੋਣਾ, ਪਰ ਇਹ ਵੀ ਗੱਲ ਹੈ ਵੀ ਇਹ ਸੋਲਵ ਹੋ ਸਕਦਾ ਹੈ ਜੀ। ਤੇ ਦੂਜਾ ਜਿਵੇਂ ਹੁਣ ਆਪਾਂ ਗੱਲ ਕਰਦੇ ਹਾਂ ਵੀ ਇਹਦੀ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਦੇ ਉੱਤੇ ਉਹਦੀ ਵੀ ਮੁਹਿੰਮ ਚਲਾਉਣੀ ਪੈਣੀ ਹੈ ਵੱਡੇ ਤਰੀਕੇ ਨਾਲ, ਤਾਂ ਕਿ ਇਹ ਜਿਹੜੇ ਸਾਰੇ ਆਪਣੇ ਪੋਲੀਟੀਸ਼ੀਅਨਾਂ ਨੂੰ ਘੇਰਿਆ ਜਾਵੇ ਤੇ ਇਹਨਾਂ ਨੂੰ ਦੱਸਿਆ ਜਾਵੇ ਵੀ ਅਸੀਂ ਇਹਦੇ ਵਿਰੁੱਧ ਹਾਂ, ਇਹ ਕੰਮ ਨਹੀਂ ਹੋ ਰਿਹਾ। ਹਾਂਜੀ। ਤੇ ਨਾਲ ਇੱਕ ਦਾ ਪਹਿਲੂ ਇਹ ਹੈ ਵੀ ਜਿਹੜਾ ਮੈਨੂੰ ਲੱਗਦਾ ਹੈ ਸਟੋਰ ਓਨਰਸ ਜਿਹੜੇ ਆਪਣੇ ਕਮਿਊਨਿਟੀ ਨੇ, ਬਾਕੀ ਕਮਿਊਨਿਟੀ ਦੇ ਸ਼ਾਇਦ ਡਰਦੇ ਇਸ ਲਈ ਨਹੀਂ ਹੈ ਕਿਉਂਕਿ ਕਈ ਵਾਰੀ ਇਹ ਲੋਕੀ ਇੰਪਲੋਈ ਕਰਦੇ ਆ ਬੱਚਿਆਂ ਨੂੰ, ਯੂਜ਼ਲੀ ਯੰਗ ਹੁੰਦੇ ਆ ਜਾਂ ਯੰਗ ਅਡਲਟਸ ਹੁੰਦੇ ਆ who may not be legal, right? ਤੇ ਉਹਨਾਂ ਨੂੰ ਉਸ ਕਰਕੇ ਮੈਨੂੰ ਲੱਗਦਾ ਥੋੜਾ ਜਿਹਾ ਨਾ ਡਰ ਹੁੰਦਾ ਹੈ। ਪਰ ਜਿਹੜਾ ਕ੍ਰਾਈਮ ਹੈ ਇੱਕ ਵਾਰੀ ਕਮਿਟ ਹੋ ਗਿਆ ਤੇ ਕ੍ਰਾਈਮ ਕਮਿਟ ਹੋ ਗਿਆ, you don't have to be worry about it। ਖਾਸ ਕਰ ਕੈਲੀਫੋਰਨੀਆ ਵਰਗੀ ਸਟੇਟ 'ਚ ਜਿੱਥੇ ਸਭ ਕੁਝ ਲੀਗਲ ਹੈ ਤੇ ਉੱਥੇ ਡਰਨ ਦੀ ਲੋੜ ਨਹੀਂ ਕਿ ਅਸੀਂ ਆ ਬੰਦਾ ਇਲੀਗਲ ਰੱਖਿਆ ਹੋਇਆ ਸੀ ਜਾਂ ਕੋਈ ਹੋਰ। ਅੱਛਾ, ਹੋਰ ਹੈ ਵੀ ਜਿਹੜੇ ਆਪਣੀ ਕਮਿਊਨਿਟੀ ਦੇ ਲੀਗਲ ਕਾਉਂਸਲਸ ਹੈਗੇ, ਲਾਇਰਸ ਹੈ, ਉਹਨਾਂ ਨੂੰ ਵੀ ਇਸ ਦੇ ਮੁਹਿੰਮ ਦੇ ਵਿੱਚ ਜੁੜਨਾ ਚਾਹੀਦਾ ਹੈ ਨਾ, ਤਾਂ ਕਿ ਕਮਿਊਨਿਟੀ ਨੂੰ ਸਰਵ ਕਰ ਸਕਣ ਉਹ। ਠੀਕ ਹੈ ਜੀ। ਤੇ ਹਾਂਜੀ, ਬਾਕੀ ਇਹ ਲੰਬੀ ਲੜਾਈ ਹੈ, ਧੰਨਵਾਦ, ਪਰ ਇਹ ਲੜਾਈ ਸ਼ੁਰੂ ਕਰਨੀ ਪੈਣੀ ਹੈ। ਠੀਕ ਹੈ ਜੀ। ਪ੍ਰਗਟ ਸਿੰਘ ਜੀ ਸਤਿ ਸ਼੍ਰੀ ਅਕਾਲ। ਦੇਖੋ, ਪਹਿਲੀ ਗੱਲ ਤਾਂ ਮੈਂ ਇਹ ਕਹਿਦਾ ਪਈ ਪ੍ਰਵੀਨ ਜੀ, ਇੱਕ ਮਿੰਟ ਪਈ, ਕਿਸੇ ਵੀ ਸਟੋਰ ਵਾਲੇ ਕੋਲ ਪੈਸੇ ਘੱਟ ਨਹੀਂ। ਪਿਛਲੇ 2 ਸਾਲਾਂ 'ਚ ਪੰਜਾਬੀ ਕਮਿਊਨਿਟੀ ਨੇ, ਸਟੋਰਾਂ ਵਾਲਿਆਂ ਨੇ ਵੀ ਬਹੁਤ ਪੈਸੇ ਬਣਾਏ ਆ, ਟਰੱਕਾਂ ਵਾਲਿਆਂ ਨੇ ਵੀ ਬਹੁਤ ਬਣਾਏ ਆ। ਠੀਕ ਆ, ਹੁਣ ਟਰੱਕਾਂ ਵਾਲਿਆਂ ਦਾ ਥੋੜਾ ਮਾੜਾ ਹਾਲ ਚੱਲ ਰਿਹਾ, ਸਟੋਰਾਂ ਦੀ ਵੀ ਸੇਲ ਘਟੀ ਆ, ਪਰ 2 ਸਾਲਾਂ 'ਚ ਬਹੁਤ ਪੈਸੇ ਬਣਾਏ। ਪੈਸੇ ਦੀ ਕੋਈ ਘਾਟ ਨਹੀਂ ਹੈ। ਗੱਲ ਇਹ ਆ ਵੀ ਆਪਾਂ ਐਕਸ਼ਨ ਨਹੀਂ ਕਰਦੇ। ਕਈ ਵਾਰੀ ਤੁਹਾਨੂੰ ਹਜ਼ਾਰਾਂ ਡਾਲਰ ਵੀ ਨਹੀਂ ਖਰਚਣੇ ਪੈਂਦੇ। ਆ ਓਵਰ ਬ੍ਰਿਜ ਬਣੇ ਹੁੰਦੇ ਹਾਈਵੇ ਦੇ ਉੱਤੇ, 35-40 ਖੜ ਜਾਓ ਸਟੋਰਾਂ ਵਾਲੇ, ਬੜੇ ਬੜੇ ਪੋਸਟਰ ਪੜ ਕੇ, ਹਜ਼ਾਰਾਂ ਦੇ ਹਿਸਾਬ ਨਾਲ ਕਾਰਾਂ ਜਾਂਦੀਆਂ। ਦੇਖੋ ਮੀਡੀਆ ਕਵਰ ਕਰਨਾ ਆਉਂਦਾ ਕਿ ਨਹੀਂ ਆਉਂਦਾ, ਹਨਾ। ਸੋ ਇਹ ਮੌਕਾ, ਗੱਲ ਕੀ ਆ ਵੀ ਜਿਹੜੇ ਬੰਦੇ ਦੀ ਮੈਂ ਗੱਲ ਕਰ ਰਿਹਾ, ਡੇਵਿਡ ਕੋਟੀਜ਼ੀ ਦੀ, ਜਿਹੜਾ ਸਟੇਟ ਸੈਨੇਟਰ ਆ ਸੈਨੋਜ਼ੇ ਤੋਂ, ਜਿਹੜਾ ਬਿੱਲ ਲੈ ਕੇ ਆਇਆ, ਉਹਦੀ ਤਾਂ ਫੰਡ ਰੇਜ਼ਿੰਗ ਪੰਜਾਬੀ ਕਰਦੇ ਆ ਤੇ ਉਹਦੀ ਫੰਡ ਰੇਜ਼ਿੰਗ ਪੰਜਾਬੀਆਂ ਦੇ ਵਿੱਚ ਸਟੋਰਾਂ ਵਾਲੇ ਆ। ਤੇ ਭਾਈ ਤੁਸੀਂ ਉਹਨੂੰ ਪੁੱਛਦੇ ਨਹੀਂ ਕਿਤੇ, ਮੈਨੂੰ ਤਾਂ ਕਿਤੇ ਨਿਊਜ਼ ਨਹੀਂ ਲੱਭੀ ਤੇ ਜਿੱਥੇ ਉਹਨਾਂ ਨੂੰ ਕਿਹਾ ਹੋਵੇ ਭਾਈ ਤੂੰ ਆ ਯਾਰ ਬਿੱਲ ਲੈ ਕੇ ਆਇਆ, ਸਾਡਾ ਤਾਂ ਭੱਠਾ ਬਿਠਾਲ ਦੇਣਾ ਇਸ ਬਿੱਲ ਨੇ ਸਾਰੇ ਬਿਜ਼ਨੈਸਸ ਦਾ। ਜੀ ਬਿਲਕੁਲ ਜੀ। ਪ੍ਰਗਟ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਜੀ। ਹਾਂਜੀ ਪ੍ਰਵੀਨ ਜੀ, ਤੁਹਾਨੂੰ ਤੇ ਤੁਹਾਡੇ
ਪੰਜਾਬੀ ਰੇਡੀਓ ਯੂਐਸ ਵੇਖਣ ਸਾਰਿਆਂ ਨੂੰ ਪਿਆਰ ਭਰੀ ਸਤਿ ਸਤਿ ਸ੍ਰੀ ਸ਼੍ਰੀ ਅਕਾਲ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹ ਪੰਜਾਬੀ ਦੀ ਕਰਨਵੀਰ ਜੀ ਇੱਕ ਕਹਾਵਤ ਆ, ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ। ਠੀਕ ਹੈ ਜੀ। ਹੁਣ ਇਹ ਸਾਰੇ ਪ੍ਰੋਗਰਾਮ ਕਰਨ ਡਏ ਵੀ ਜਿਹੜੇ ਪੈਸੇ ਵੀ ਦਿੰਦੇ ਇਹਨਾਂ ਲੀਡਰਾਂ ਨੂੰ ਉਹ ਬੰਦ ਕਰਨ। ਉਹ ਤੇ ਆਪਣੇ ਕੰਮਾਂ ਕਾਰਾਂ ਲਈ ਦਿੰਦੇ ਆ ਵੀ ਸਾਡਾ ਤੁਹਾਡੇ ਨਾਲ ਸਾਂਝ ਬਣੀ ਰਹੇ ਜੀ। ਤੇ ਇਹ ਇੱਕ ਅੱਧੇ ਨੂੰ ਏਦਾਂ ਕੁੱਟ ਲਿਆ ਜਾਂ ਕਰ ਲਿਆ, ਜਦੋਂ ਹੋਰ ਦੂਜੀ ਵਾਰ ਆਉਣਗੇ ਉਹ ਜ਼ਿਆਦੀ ਤਿਆਰੀ ਨਾਲ ਆਉਣਗੇ। ਇਹ ਸਿੱਧੇ ਤੌਰ ਤੇ ਕਾਨੂੰਨ ਮੇਰੇ ਹਿਸਾਬ ਨਾਲ ਹੱਥ ਨਹੀਂ ਲੈਣਾ ਚਾਹੀਦਾ। ਠੀਕ ਹੈ ਜੀ। ਤੇ ਇਹ ਬਾਕੀ ਪਤਾ ਨਹੀਂ ਇਹ ਦੋਵੇਂ ਸਟੋਰ ਦੇ ਮਾਲਕ ਹੀ ਕਿ ਜਾਂ ਨੌਕਰ ਹੀ, ਇਹ ਦੱਸੋ ਯਾਰ ਜੀ। ਜੀ 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 ਜ਼ਰੂਰ ਜੀ ਇਹ ਅਜੇ ਕਨਫਰਮ ਨਹੀਂ ਹੋਇਆ। ਚਲੋ ਉਹਨਾਂ ਨਾਲ ਪੁੱਛ ਲਾਂਗੇ, ਹੋ ਸਕਦਾ ਉਹ ਨਾਮ ਹੀ ਦੱਸਣਾ ਚਾਹੁੰਦੇ ਹੁਣ, ਪਰ ਕੁਝ ਵੀ ਹੁਣ ਹੈ ਤਾਂ ਆਪਣੇ ਭਰਾ ਸੀ। ਉਹ ਦੱਸ ਰਹੇ ਆ ਵੀ 4 ਵਾਰ ਲਗਾਤਾਰ ਬੰਦਾ ਉਹ ਲੁੱਟਣ ਆਉਂਦਾ ਰਿਹਾ, ਲੈ ਕੇ ਜਾਂਦਾ ਰਿਹਾ, ਹੁਣ 5ਵੀਂ ਵਾਰੀ ਉਹਦੇ ਛਿੱਤਰ ਮਾਰੇ ਫਿਰ ਹਨਾ। ਜੈਰੀ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਐਕਚੁਅਲੀ ਨਾ ਭਾਜੀ ਪ੍ਰੋਬਲਮ ਇਹ ਕੀ ਹੈ, ਆਪਾਂ ਨੂੰ ਡੈਮੋਕ੍ਰੇਟਾਂ ਦਾ ਸਫਾਇਆ ਕਰਨਾ ਚਾਹੀਦਾ, ਇਹਨਾਂ ਸ਼ੀਟਾਂ ਨੂੰ ਇੱਕ ਵਾਰੀ ਸਾਫ਼ ਕਰਕੇ ਰਿਪਬਲਿਕਨ ਨੂੰ ਮੌਕਾ ਦੇਣਾ ਚਾਹੀਦਾ ਜੀ। ਠੀਕ ਹੈ ਜੀ। ਤੇ ਮੈਂ ਨਾ ਜੀ ਇੱਕ ਐਗਜ਼ਾਮਪਲ ਦਿੰਦਾ, ਮੈਂ ਫਰੀਨੋ ਘਰ ਲਿਆ ਤੇ ਮੈਂ ਵੀਕ ਬਾਅਦ ਦੇਖਣ ਗਿਆ, ਪਿੱਛੇ ਜੇ 3 ਮਹੀਨੇ ਹੋ ਗਏ, ਮੀਂਹ ਬੜੇ ਪੈਂਦੇ ਜੀ, ਤਾਂ ਘਰ ਵਿੰਡੋ ਤੋੜ ਕੇ ਨਾ ਜੀ ਤੇ ਗਰਾਜ ਦੇ ਵਿੱਚ ਵੜ ਗਿਆ ਇੱਕ ਬੰਦਾ ਨਿਕਲੇ। 18 ਹੋਮਲੈਸ ਕੱਢੇ ਜੀ ਲਗਾਤਾਰ। ਪੁਲਿਸ ਨੂੰ ਕਾਲ ਕੀਤੀ, ਉਹ ਕਹਿੰਦੇ ਸਾਡੇ ਕੋਲ ਟਾਈਮ ਹੀ ਹੈ ਨਹੀਂ ਆਉਣ ਦੀ, ਖਤ ਤੁਹਾਡੀ ਖਤ ਘਰ ਦੇ ਵਿੱਚ 18 ਹੋਮਲੈਸ ਕੱਢੇ ਜੀ, ਪੂਰੇ ਗਿਣ ਕੇ ਘਰ ਦੇ ਵਿੱਚੋਂ। ਤੇ ਜਦੋਂ 18ਵੀਂ ਲੇਡੀ ਨਿਕਲੀ, ਉਹ ਮੈਨੂੰ ਕਹਿੰਦੀ ਮੈਂ ਸਮਾਨ ਇੱਥੇ ਛੱਡ ਚੱਲੀ ਆ, ਮੈਂ ਦੁਬਾਰਾ ਫੇਰ ਵਾਪਸ ਆਉਂਗੀ। ਪਹਿਲਾਂ ਆਪਦੀ ਟਰਾਲੀ ਜੀ ਲੈ ਜਾ ਚੱਕ ਕੇ ਤੇ ਵਾਪਸ ਨਾ ਆਇਓ, ਇੱਥੇ ਅਸੀਂ ਪੁਲਿਸ ਕਾਲ ਕਰਾਂਗੇ। ਤੇ ਪੁਲਿਸ ਨੂੰ ਕਾਲ ਕੀਤੀ ਤਾਂ ਉਹ ਕਹਿੰਦੇ ਨਹੀਂ ਜੀ ਅਸੀਂ ਨਹੀਂ ਕੁਛ ਕਰ ਸਕਦੇ, ਮੈਨੂੰ ਪਿਆਰ ਨਾਲ ਕਰ ਦਿਓ। ਕਿੰਨਾ ਟਾਈਮ ਲੱਗਾ ਉਹਨਾਂ ਨੂੰ ਤੁਹਾਨੂੰ? ਘੱਟੋ ਘੱਟ ਜੀ 6 ਮਹੀਨੇ ਲੱਗ ਗਿਆ ਜੀ। ਰੋਜ਼ ਮੇਰਾ ਰੀਜ਼ਨ ਪੁੱਛਣ ਦਾ ਇਹ ਆ ਵੀ ਆਪਣੇ ਲੋਕਾਂ ਨੂੰ ਪਤਾ ਨਹੀਂ ਹੈ। ਮੈਨੂੰ ਪਤਾ ਵੀ ਇੰਨਾ ਹੀ ਟਾਈਮ ਲੱਗਦਾ। ਜਦੋਂ ਤੁਹਾਡੇ ਇਹ ਇਦਾਂ ਦੇ ਬੰਦੇ ਵੜ ਜਾਣ ਫਿਰ ਕਹਿੰਦੇ ਜੀ ਕੋਰਟ 'ਚ ਜਾਓ, ਕੋਰਟ 'ਚ ਤੁਹਾਡੀ ਇਵਿਕਸ਼ਨ ਕਰਨੀ ਆ। ਤੁਹਾਨੂੰ ਬੰਦਾ ਪਤਾ ਨਹੀਂ ਕੀ ਆ ਉਹ ਅਗਲੇ ਦਿਨ ਜਿਹੜਾ ਹੋਮਲੈਸ ਹੈਗਾ। ਇੰਨਾ ਤੰਗ ਆ, ਜਿੰਨੇ ਲੈਂਡਲੋਰਡ ਆ ਕੈਲੀਫੋਰਨੀਆ 'ਚ ਸਾਰੇ ਲਾ ਉਹਨਾਂ ਦੇ ਜੀ। ਇੱਕ ਅੱਧੇ ਦਾ ਨਾਂ ਪੁੱਛ ਲਾਂਗੇ ਜੀ। ਹੁਣ 18 ਜਣੇ ਦੇ ਨਾਂ ਥੋੜੀ ਬੈਠਾ, ਜੁੰਡਲੀ ਬਣਾਈ ਬੈਠੇ ਆ ਜੀ ਗਰਾਜ ਦੇ ਵਿੱਚ। ਜੀ ਜੀ ਥੈਂਕ ਯੂ ਜੈਰੀ ਜੀ, ਥੈਂਕ ਯੂ ਜੀ। ਸੁਖਚੈਨ ਬਿਲਕੁਲ। ਸੋ ਇਹ ਜਿੱਦਾਂ ਕਹੇ ਗਏ ਰਿਪਬਲਿਕਨ ਆਣੇ ਚਾਹੀਦੇ। ਵੈਸੇ ਤਾਂ ਕਿਸੇ ਵੀ ਮੁਲਕ ਦੇ ਵਿੱਚ ਉਹੀ ਤਰੱਕੀ ਕਰ ਸਕਦਾ ਜਿੱਥੇ ਸਰਕਾਰ 8 ਸਾਲੀ ਬਦਲਦੀ ਆ। ਜਦੋਂ ਤੁਹਾਨੂੰ ਪਤਾ ਵੀ ਇੱਕੋ ਸਰਕਾਰ ਆ, ਚਾਹੇ ਉਹ ਕਿਸੇ ਵੀ ਮਹਿਕਮੇ 'ਚ ਲੈ ਲਓ, ਕਿਸੇ ਵੀ ਸਟੇਟ 'ਚ ਲੈ ਲਓ, ਕਿਸੇ ਵੀ ਕੰਟਰੀ 'ਚ ਲੈ ਲਓ, ਤੇ ਫਿਰ ਉਹ ਕੰਮ ਨਹੀਂ ਹੁੰਦਾ ਹੈਗਾ। ਤੇ ਗੱਲ ਇਹ ਆ ਵੀ ਸੈਨ ਫਰਾਂਸਿਸਕੋ ਆ ਸਭ ਤੋਂ ਲਿਬਰਲ ਸਿਟੀ ਅਮਰੀਕਾ ਦੀ ਆ। ਉਹਨਾਂ ਨੇ ਅਟਾਰਨੀ ਜਨਰਲ, ਡਿਸਟ੍ਰਿਕਟ ਅਟਾਰਨੀ ਚੁਣ ਲਿਆ। ਉਹ ਬੰਦਾ ਫੰਡ ਅੱਜ ਪੁਲਿਸ ਵਾਲੇ ਦੂਜੇ ਦਿਨ ਛੱਡੀ ਜਾਵੇ ਹਨਾ। ਹਰ ਰੋਜ਼ 800 ਕਾਰ ਟੁੱਟਣ ਲੱਗ ਪਈ ਸੈਨ ਫਰਾਂਸਿਸਕੋ 'ਚ। ਹਾਲਤ ਅੱਜ ਹੀ ਹੋਈ ਆ। ਵੈਸੇ ਲੋਕਾਂ ਨੇ ਉਸ ਨੂੰ ਰੀਕਾਲ ਕੀਤਾ। ਡਿਸਟ੍ਰਿਕਟ ਅਟਾਰਨੀ ਦੀ ਜੌਬ ਗਈ ਦੁਬਾਰਾ ਕਿ ਹੁਣ ਇੱਕ ਹੋਰ ਡਿਸਟ੍ਰਿਕਟ ਅਟਾਰਨੀ ਸੈਨ ਫਰਾਂਸਿਸਕੋ 'ਚ ਬਣਾਈ ਆ। ਜੀ ਜੀ। ਸੁਖਚੈਨ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰੀ ਇੱਕ ਸੁਜੈਸਸ਼ਨ ਹੈ ਮੇਰਾ। ਹਾਂਜੀ। ਜਿੰਨੇ ਵੀ ਆਪਣੇ ਗੈਸ ਸਟੇਸ਼ਨਾਂ ਵਾਲੇ, ਕਨਵੀਨੀਅੰਸ ਸਟੋਰ ਵਾਲੇ, ਇਹਨਾਂ ਨੂੰ ਯੂਨੀਅਨ ਬਣਾਉਣੀ ਚਾਹੀਦੀ ਆ ਤੇ ਇੱਕ ਦਿਨ ਲਈ ਇੱਕ ਸਟ੍ਰਾਈਕ ਬੰਦ ਕਰ ਦੇਣ ਸਟੋਰਾਂ ਨੂੰ। ਸਟੋਰਾਂ ਦੇ ਆਪ ਰਾਖੀ ਦੇ ਲਈ ਆਪ ਉੱਥੇ ਬੈਠਣ ਹਰ ਤਰ੍ਹਾਂ। ਤੇ ਇਹ ਫਿਰ ਗਵਰਨਰ ਨੂੰ ਇਹ ਕਰਨ ਰਿਕੁਐਸਟ ਕਿ ਇਹ ਚੇਂਜ ਕਰੋ ਜੋ ਕੁਛ ਹੋ ਰਿਹਾ। ਲੋਕੀ ਸਮਾਨ ਚੱਕੀ ਜਾਂਦੇ ਆ, ਭੱਜੀ ਜਾਂਦੇ ਆ, ਤੁਸੀਂ ਕੁਛ ਕਰਦੇ ਹੀ ਨਹੀਂ। ਇੰਸ਼ੋਰੈਂਸਾਂ ਹੱਪ ਹੋ ਰਹੀਆਂ, ਇੰਸ਼ੋਰੈਂਸ ਕੰਪਨੀਆਂ ਬੰਦ ਹੋ ਰਹੀਆਂ ਜਿਹੜੀਆਂ ਕਵਰੇਜ ਨਹੀਂ ਦੇ ਰਹੀਆਂ। ਜੀ ਜੀ। ਇਹਨਾਂ ਨੂੰ ਯੂਨੀਅਨ ਬਣਾਉਣੀ ਚਾਹੀਦੀ ਹੈ। ਯੂਨੀਅਨ ਬਣਾ ਕੇ ਇਹ ਕਰਨ ਇੱਕ ਦਿਨ ਸਟ੍ਰਾਈਕ, ਤੇ ਫਿਰ ਇਹ ਪਤਾ ਲੱਗੂਗਾ ਗਵਰਨਰ ਨੂੰ ਵੀ ਤੇ ਮੇਅਰ ਸਿਟੀ ਦੇ ਜੋ ਵੀ ਹੈਗੇ ਉਹਨਾਂ ਨੂੰ ਵੀ। ਹਾਂਜੀ ਠੀਕ ਹੈ ਜੀ। ਇਹ ਕੰਮ ਚਲੋ ਯੂਨੀਅਨ ਨਾ ਵੀ ਬਣੇ ਪਰ ਐਕਟ ਤੁਸੀਂ ਕਰ ਸਕਦੇ ਆ। ਸੋ ਸਾਡਾ ਜਿਸ ਤਰ੍ਹਾਂ ਪ੍ਰਵੀਨ ਜੀ ਕਾਲਸ ਹੋ ਰਹਿ ਗਈਆਂ। ਜੀ ਜੀ ਹਾਂਜੀ ਬਿਲਕੁਲ। ਜਸਵਿੰਦਰ ਸਿੰਘ ਜੀ ਨੂੰ ਸ਼ਾਮਲ ਕਰ ਲਈਏ ਜੀ ਜਾਂਦੇ ਜਾਂਦੇ। ਜਸਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਇਹ ਕਹਿਣਾ ਚਾਹੁੰਦਾ ਸੀਗਾ, ਜਿਹੜੇ ਬੱਚਿਆਂ ਨੇ ਕੰਮ ਕੀਤਾ ਨਾ ਇਹ, ਤੇ ਮੈਂ ਇਹ ਕਹਾਂਗਾ ਕਿ ਬਈ ਉਹਨਾਂ ਦਾ ਧਿਆਨ ਰੱਖਿਆ ਜਾਵੇ। ਮਾਲਕ ਤਾਂ ਦੇਖੋ, ਮੈਂ ਵੀ ਜਰਸੀ ਦੇ ਵਿੱਚ ਪੰਪ ਤੇ ਕੰਮ ਕਰਦਾ ਹੁੰਦਾ ਸੀਗਾ। ਠੀਕ ਹੈ। ਤੇ ਮੇਰੇ ਨਾਲ ਹਾਦਸਾ ਵਾਪਰ ਗਿਆ ਜੀ। ਮੈਂ ਉੱਥੇ ਗੱਡੀ ਭੱਜ ਜਾਂਦੀ ਸੀ, ਤੇਲ ਪਵਾ ਕੇ ਮੁੰਡੇ ਕਾਲੇ। ਤੇ ਮਾਲਕ ਆ ਕੇ ਉਹਨਾਂ ਨੇ ਕਹਿਣਾ ਤੁਸੀਂ ਧਿਆਨ ਨਹੀਂ ਰੱਖਦੇ, ਐ ਨਹੀਂ ਕਰਦੇ।
ਤੇ ਇਦਾਂ ਆ ਕੇ ਉਹਨਾਂ ਨੇ ਕਹਿਣਾ ਮਾਲਕ ਇਹ ਨਹੀਂ ਕਰਨਾ। ਫਿਰ ਇੱਕ ਦਿਨ ਕੀ ਹੋਇਆ ਕਿ ਮੈਂ ਨਾ ਪੱਥਰ ਹੱਥ ਵਿੱਚ ਫੜਿਆ ਹੋਇਆ ਸੀਗਾ ਤੇ ਪੱਥਰ ਮੈਂ ਨਾ ਪਿੱਛੇ ਸ਼ੀਸ਼ੇ ਤੇ ਛੱਡ ਦਿੱਤਾ ਤੇ ਉਹਦਾ ਸ਼ੀਸ਼ਾ ਟੁੱਟ ਗਿਆ ਜੀ। ਤੇ ਦੇਖੋ ਮਾਲਕ ਨੇ ਮੈਨੂੰ ਬਚਾਉਣਾ ਸੀਗਾ, ਮਾਲਕ ਨੇ ਖੁਦ ਪੁਲਿਸ ਬੁਲਾ ਲਈ ਕਿ ਭਾਈ ਇਹਨੇ ਮੁੰਡੇ ਨੇ ਆਪਣਾ ਸ਼ੀਸ਼ਾ ਤੋੜਤਾ। ਠੀਕ ਹੈ। ਤੇ ਮੈਂ ਤਾਂ ਇਹ ਕਵਾਂਗਾ ਕਿ ਭਾਈ ਉਹਨਾਂ ਦਾ ਧਿਆਨ ਰੱਖਿਆ ਜਾਵੇ ਤੇ ਗਾਂ ਤੋਂ ਇਦਾਂ ਦਾ ਨਾ ਕੰਮ ਕਰੇ। ਭਾਈ ਕੁੱਟਣਾ ਕੱਟਣਾ ਨਹੀਂ ਹੈਗਾ, ਆਪਣਾ ਧਿਆਨ ਰੱਖਣ। ਕੋਈ ਗੱਲ ਨਹੀਂ, ਜੇ ਚੋਰੀ ਕਰਕੇ ਲੈ ਜਾਂਦਾ ਲਿਜਾਣ ਦੋ, ਕੁਛ ਨਹੀਂ ਜਾਂਦਾ। ਮਾਲਕ ਦੀ ਆਪਣੀ ਇੰਸ਼ੋਰੈਂਸ ਹੁੰਦੀ ਆ ਤੇ ਆਪਣਾ ਬੱਚੇ ਧਿਆਨ ਰੱਖਣ। ਮੈਂ ਤਾਂ ਇਹੀ ਕਵਾਂਗਾ ਜੀ। ਠੀਕ ਹੈ ਜੀ ਜਸਵਿੰਦਰ ਜੀ। ਸੋ ਦੇਖੋ ਇਹ ਗੱਲ ਨਾ ਮਾਲਕ ਦੀ ਆ ਨਾ EMPLOYE ਦੀ ਆ। ਹੁਣ ਮਾਲਕ ਦੀ ਇੰਸ਼ੋਰੈਂਸ ਵੀ ਕੀ ਕਰੂਗੇ, ਜਦ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਕਈ ਜਿਹੜੇ ਸ਼ਹਿਰ ਆ ਸੈਨ ਫਰਾਂਸਿਸਕੋ, ਓਕਲੈਂਡ, ਰਿਚਮੰਡ, ਇਹਨਾਂ ਦੀ ਇੰਸ਼ੋਰੈਂਸ ਕੰਪਨੀਆਂ ਕਹਿੰਦੀਆਂ ਇੰਸ਼ੋਰੈਂਸ ਹੀ ਨਹੀਂ ਕਰਨੀ, ਜੇ ਕਰਨੀ ਆ ਅਸੀਂ ਚੋਰੀ ਨਹੀਂ ਕਵਰ ਕਰਾਂਗੇ, ਬਸ ਦੈਟਸ ਇਟ। ਤੇ ਕੀ ਕਰੂਗੇ, ਉਹ ਸਟੋਰ ਅਲਟੀਮੇਟਲੀ ਬੰਦੇ ਹੋਊਗੇ ਜੀ। ਸੋ ਸਾਡਾ ਇਹ ਜਿਹੜਾ ਸ਼ੋਅ ਕਰਨ ਦਾ ਮਤਲਬ ਇਹ ਸੀ ਵੀ ਇੱਕ ਤਾਂ ਜਿਹੜਾ ਨਵਾਂ ਬਿੱਲ ਆ ਰਿਹਾ ਜਿਹਦੇ ਵਿੱਚ ਇਹ ਡੇਵਿਡ ਕੋਰਟੀਜ਼ੀ ਜਿਹੜਾ ਸਟੇਟ ਸੈਨੇਟਰ ਆ, ਸੈਨੇਟ 'ਚ ਨਹੀਂ ਪਾਸ ਕਰਾ ਰਿਹਾ, ਹੁਣ ਅਸੈਂਬਲੀ 'ਚ ਜਾਣਾ ਆ। ਸੈਨੇਟ ਬਿੱਲ 553 ਇਹਦਾ ਵਿਰੋਧ ਕਰੋ। ਇਹ ਬਿਲਕੁਲ ਪਲੇਨ ਪੰਜਾਬੀ 'ਚ ਮਤਲਬ ਇਹ ਆ ਵੀ ਜੇ ਤੁਹਾਡੇ ਬਿਜ਼ਨਸ ਤੇ ਕੋਈ ਚੋਰੀ ਕਰਨ ਆਉਂਦਾ ਤੇ ਉਹਨੂੰ ਚੋਰੀ ਕਰਨ ਦੇ, ਉਹਨੂੰ ਕੁਛ ਨਾ ਕਹੋ। ਲੀਗਲਾਈਜ਼ ਰੋਬਰੀ, ਥੈਫਟ ਇਹ ਕਰ ਰਿਹਾ ਹੈਗਾ। ਦੂਸਰਾ ਇਹ ਸੀ ਵੀ ਜੋ ਕੁਝ ਸਟਾਕਟਨ ਸਟੋਰ 'ਚ ਵਾਪਰਿਆ, ਚਾਹੇ ਉਹ EMPLOYE ਆ ਚਾਹੇ ਮਾਲਕ ਆ, ਆਪਾਂ ਸਾਰਿਆਂ ਨੂੰ, ਪੂਰੀ ਕਮਿਊਨਿਟੀ ਨੂੰ, ਹਰ ਇੱਕ ਬਿਜ਼ਨਸ ਓਨਰ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ। ਕਿਉਂਕਿ 7-Eleven ਵਾਲਿਆਂ ਨੇ ਵੀ ਸਟੇਟਮੈਂਟ ਜਾਰੀ ਕਰਤੀ ਆ ਵੀ ਭਾਈ ਅਸੀਂ ਤਾਂ ਜਿਹੜੇ ਸਾਡੇ ਫਰੈਂਚਾਈਜ਼ੀ ਹੈਗੇ ਆ ਉਹਨਾਂ ਨੂੰ ਅਸੀਂ ਜਿਹੜੇ ਬਿਲਕੁਲ ਕਲੀਅਰਲੀ ਕਹਿੰਦੇ ਆ ਕਿਸੇ ਦੇ ਨਾਲ ਕਨਫਰੰਟ ਨਾ ਕਰੋ, ਕਿਸੇ ਨਾਲ ਲੜੋ ਨਾ, ਪਿਆਰ ਨਾਲ ਪੇਸ਼ ਆਓ, ਹਨਾ। ਸੋ ਉਹ ਮੁੜ ਕੇ ਹੋ ਸਕਦਾ ਉਹ ਵੀ ਮਾਲਕਾਂ ਦੇ ਅਗੇਂਸਟ ਕਹਿਣ ਵੀ ਨਹੀਂ ਜੀ ਤੁਸੀਂ ਤਾਂ ਸਾਡੀ ਆ ਬਦਨਾਮੀ ਹੋ ਗਈ ਆ ਪੂਰੇ ਵਰਲਡ ਦੇ ਵਿੱਚ ਇੰਨੀ ਜ਼ਿਆਦਾ, ਹਨਾ, ਤੇ ਅਸੀਂ ਤੁਹਾਡੀ ਫਰੈਂਚਾਈਜ਼ੀ ਵਾਪਸ ਲੈ ਲੈਣੀ ਆ। ਹੁਣ ਇਹ ਨਾ ਹੁਣ ਵੀ ਬਾਕੀ ਦੇ 7-Eleven ਵਾਲੇ ਕਹਿਣ ਲੈ ਚੱਲ ਚੰਗਾ ਜੇ ਉਹਨਾਂ ਦੀ ਬੰਦ ਹੋ ਜਾਣੀ ਤਾਂ ਅਸੀਂ ਉਹ ਲੈ ਲੈਂਦੇ ਆ, ਹਨਾ। ਇਹ ਕੱਲ ਨੂੰ ਤੁਹਾਡੀ ਵੀ ਇੱਥੇ ਵਾਪਰ ਸਕਦਾ। ਬਾਕੀ ਮੈਂ ਤੁਹਾਨੂੰ ਉਦਾਹਰਨ ਦਿੱਤੀ ਆ ਵੀ ਜੋ ਕੁਝ ਸਦਰਨ ਕੈਲੀਫੋਰਨੀਆ 'ਚ ਵਾਪਰਿਆ ਸੀ, ਇੱਕ ਗੋਰੇ ਮੂਲ ਦੇ ਬੰਦੇ ਨੇ ਗੋਲੀ ਚਲਾਈ ਸੀ ਤੇ ਉਹਦੇ ਕੋਈ ਐਕਸ਼ਨ ਨਹੀਂ ਹੋਇਆ, ਸਾਰਿਆਂ ਨੇ ਉਹਦੀ ਬੱਲੇ ਬੱਲੇ ਕੀਤੀ। ਜੇ ਕੋਈ ਆਪਣੇ ਰੰਗ ਵਰਗਾ ਕੋਈ ਇਦਾਂ ਦਾ ਕੰਮ ਕਰਦਾ ਤਾਂ ਫੇਰ ਉਹ ਕਹਿੰਦੇ ਜੀ ਦੇਖੋ ਇਹ ਗਲਤ ਕੰਮ ਕਰਦੇ ਆ। ਸੋ ਇਹ ਸਾਰੇ ਜਿਹੜੇ ਇਸ਼ੂ ਆ, ਇਹ ਸਾਡਾ ਇਸ ਇਸ਼ੂ ਨੂੰ ਚੱਕਣ ਦਾ ਮਕਸਦ ਇਹੀ ਸੀ, ਤੁਹਾਨੂੰ ਸਾਰਿਆਂ ਨੂੰ ਪਤਾ ਲੱਗੇ। ਪਰ ਇਹ ਗਰੰਟੀ ਆ ਜਿੰਨਾ ਚਿਰ ਇਹਨਾਂ ਦੇ ਸਟੋਰ ਦੇ ਮਾਲਕਾਂ ਤੇ ਜਾਂ ਸਟੋਰ ਦੇ ਜੋ ਕੰਮ ਕਰਨ ਵਾਲੇ ਸੀ ਜਾਂ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਆਦਾ, ਆਪਾਂ ਤੁਹਾਨੂੰ ਐਨ ਕੱਲੀ ਕੱਲੀ ਗੱਲ ਵੱਖ-ਵੱਖ ਪ੍ਰੋਗਰਾਮਾਂ 'ਚ ਆਉਣ ਵਾਲੇ ਸਮੇਂ 'ਚ ਦੱਸਦੇ ਰਹਾਂਗੇ। ਕੋਈ ਸਟੋਰਾਂ ਦੇ ਜਿਹੜੇ ਹੈਗੇ ਸਟੋਰ ਓਨਰਸ ਆ, ਕਿਸੇ ਤਰ੍ਹਾਂ ਦਾ ਉਹ ਪ੍ਰੋਟੈਸਟ ਕਰ ਰਹੇ ਆ ਜਾਂ ਕੋਈ ਗਵਰਨਰ ਨੂੰ ਮਿਲ ਰਹੇ ਆ ਜਾਂ ਉਹ ਟੈਕਸ ਡਿਪਾਰਟਮੈਂਟ ਨੂੰ ਮਿਲ ਰਹੇ ਆ, ਉਹ ਜ਼ਰੂਰ ਸਾਨੂੰ ਇਨਫੋਰਮ ਕਰ ਦੇਣ, ਅਸੀਂ ਉਹ ਤੁਹਾਡੇ ਨਾਲ ਸਾਂਝੀ ਕਰ ਲਾਂਗੇ। ਸੋ ਆਪਾਂ ਤਾਂ ਜਿਹੜਾ ਤੁਹਾਡਾ ਹੀ ਰੇਡੀਓ ਆ, ਆਪਣੀ ਕਮਿਊਨਿਟੀ ਦੀ ਸਪੋਰਟ ਕਰਨ ਦੇ ਲਈ ਕੋਈ ਵੀ ਜਿਹੜਾ ਕਮਿਊਨਿਟੀ ਦਾ ਇਸ਼ੂ ਹੋਊਗਾ ਆਪਾਂ ਉਹਦੇ ਨਾਲ ਬਿਲਕੁਲ 100% ਖੜਾਂਗੇ। ਜੀ ਜੀ। ਹੁਣ ਸਾਡਾ ਪ੍ਰੋਗਰਾਮ ਸਾਂਝੀ ਸਾਥ ਦਾ ਸਮਾਂ ਵੀ ਹਰਜੋਤ ਸਿੰਘ ਦੀ ਸਮਾਪਤੀ ਵਾਲਾ ਜੀ, ਲੈ ਕੇ ਜੀ ਇਜਾਜ਼ਤ। ਜੀ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US।